ਪੰਜਾਬ ਮਿਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਗੱਲਾਂ ਬਾਤਾਂ ਕਾਫੀ ਹੋਣਗੀਆਂ। ਕਿਸਾਨ ਅੰਦੋਲਨ ਵੀ ਮਗਿਆ ਹੋਇਆ, ਠੰਡ ਭਾਵੇਂ ਵੱਧ ਗਈ ਹੈ ਪਰ ਉਹਦੇ ਬਾਵਜੂਦ ਵੀ ਲੋਕਾਂ ਦੇ ਹੌਸਲੇ ਜਿਹੜੇ ਆ ਹਾਲੇ ਵੀ ਉੱਥੇ ਦੇ ਉੱਥੇ ਹੀ ਖੜੇ ਆ, ਸਗੋਂ ਦਿਨੋਂ ਦਿਨ ਵੱਧ ਰਹੇ ਆ। ਸੋ ਗੱਲਾਂ ਬਾਤਾਂ ਇਹ ਸਾਰੀਆਂ ਆਪਾਂ ਕਰਾਂਗੇ ਸਰਦਾਰ ਨਰਿੰਦਰ ਸਿੰਘ ਸੱਤੀ ਹੋਣਾ ਨਾਲ। ਉਹਨਾਂ ਨੂੰ ਜੀ ਆਇਆਂ ਕਹੀਏ। ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੱਤੀ ਸਾਹਿਬ, ਸ਼ੁਰੂ ਆਪਾਂ ਜਿਹੜੀ ਗੱਲ ਕਰਨੀ ਹੈ, ਸਭ ਤੋਂ ਪਹਿਲਾਂ ਇੱਕ ਮੰਦਭਾਗੀ ਖਬਰ ਆਈ ਆ ਜਿਹੜੀ C2 ਦੇ ਆਪਣੇ ਪ੍ਰਧਾਨ ਸੀਗੇ ਜਾਂ ਉਹਦੇ ਅਹੁਦੇ ਦਾ ਆਗੂ ਸੀਗੇ, ਉਹਨਾਂ ਦਾ ਕਹਿੰਦੇ ਦੇਹਾਂਤ ਹੋ ਗਿਆ ਜੀ। ਇਹ ਕਾਮਰੇਡ ਰਘੁਨਾਥ ਸਿੰਘ ਹੋਰੀ ਨਾ ਜੀ, ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਨੇੜੇ ਉਹਨਾਂ ਦਾ ਪਿੰਡ ਸੀ ਝੁੰਗੀਆਂ ਬੀਣੇਵਾਲ ਜੀ। ਤੇ ਉਹ ਕੁਝ ਦਿਨਾਂ ਤੋਂ ਬਿਮਾਰ ਸੀਗੇ ਤੇ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ। ਤਾਂ ਪੰਜਾਬ ਦੇ ਬਹੁਤ ਸਿਆਣੇ ਦਾਨੇ ਬੀਨੇ ਦੂਰ ਅੰਦੇਸ਼ੀ ਵਾਲੇ ਤੇ ਇਮਾਨਦਾਰ ਖੱਬੇ ਪੱਖੀ ਆਗੂ ਸੀਗੇ ਜੀ। ਆਪਾਂ ਅਦਾਰੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ। ਅੱਜ ਉਹਨਾਂ ਦੇ ਪਿੰਡ ਬੀਣੇਵਾਲ ਝੁੰਗੀਆਂ 'ਚ ਸੰਸਕਾਰ ਹੋ ਰਿਹਾ ਹੈ ਜੀ। ਤੇ ਉਹਨਾਂ ਨੇ ਸਾਰੀ ਉਮਰ ਕਿਰਤੀਆਂ ਦੇ, ਮਿਹਨਤ ਕਸ਼ਾਂ ਦੇ ਹੱਕਾਂ ਨੂੰ ਜਿਹੜਾ ਆ ਉਭਾਰਦਿਆਂ, ਹੱਕਾਂ ਦੀ ਲੜਾਈ ਲੜਦਿਆਂ, ਉਹਨਾਂ ਦੇ ਦੁੱਖਾਂ ਤਕਲੀਫਾਂ ਨੂੰ ਵੰਡਦਿਆਂ ਆਪਣੀ ਬਿਤਾਈ ਹੈਗੀ ਜੀ। ਸੱਤੀ ਸਾਹਿਬ, ਕੱਲ੍ਹ ਵੀ ਸ਼ਰਧਾਂਜਲੀ ਸਮਾਗਮ ਹੋਇਆ ਜੀ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਇੱਥੇ ਤੱਕ ਪਹੁੰਚਾਉਣ ਲਈ ਆਪਣੀਆਂ ਜਾਨਾਂ ਵਾਰ ਗਏ ਔਰ ਵਾਪਸ ਘਰ ਨਹੀਂ ਮੁੜੇ। ਉਹ ਵੀ ਸ਼ਰਧਾਂਜਲੀ ਸਮਾਗਮ ਪੂਰੇ ਦੇਸ਼ 'ਚ ਹੀ ਹੋਇਆ। ਮੇਰੇ ਖਿਆਲ ਕੋਈ ਸ਼ਹਿਰ, ਕੋਈ ਇਹੋ ਜਿਹਾ ਪਿੰਡ ਨਹੀਂ ਜਿੱਥੇ ਉਹ ਨਾ ਹੋਇਆ ਹੋਵੇ। ਕੱਲ੍ਹ ਹੁਣ ਤੱਕ ਮੋਰਚੇ ਦੇ ਵਿੱਚ, ਖਾਸ ਕਰਕੇ ਮੋਰਚਾ ਦਾ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਜੀ ਜੀ। ਪਰ ਜਿਉਂ 26 ਨਵੰਬਰ ਤੋਂ ਕਿਸਾਨ ਉੱਥੇ ਗਏ ਆ, ਇਹਦੇ ਦੌਰਾਨ 22 ਕਿਸਾਨ ਆਪਣੀਆਂ ਜਾਨਾਂ ਗਵਾ ਬੈਠੇ ਨੇ ਜੀ। ਔਰ ਉਹ ਕਿਸਾਨ ਅੰਦੋਲਨ ਦੇ ਸ਼ਹੀਦ ਨੇ। ਬਿਲਕੁਲ। ਦੇਸ਼ ਵਾਸੀ ਉਹਨਾਂ ਨੂੰ ਕਿਸਾਨਾਂ ਦੇ ਅੰਦੋਲਨ 'ਚ ਆਹੂਤੀ ਪਾਉਣ ਵਾਲੇ ਸ਼ਹੀਦ ਸਮਝਦੇ ਨੇ ਜੀ। ਉਹਨਾਂ 'ਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਾਮਲ ਨੇ ਜੀ। ਜਿਨ੍ਹਾਂ 'ਚ ਇੱਕ ਮਸਾਂ ਹੀ 16 ਸਾਲਾਂ ਦਾ ਨੌਜਵਾਨ ਗੜਸ਼ੰਕਰ ਲਾਗੇ, ਉਹ ਵੀ ਥਾਣੇ ਪਿੰਡ ਦਾ ਮੁੰਡਾ ਹੈ ਬਿਲਕੁਲ, ਤੇ ਸ਼ਾਇਦ 10ਵੀਂ 11ਵੀਂ ਦਾ ਵਿਦਿਆਰਥੀ ਸੀਗਾ ਜੀ। ਕੱਲ ਦੇਸ਼ ਭਰ ਦੇ ਵਿੱਚ ਸਿੰਧੂ ਬਾਰਡਰ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਾਰੇ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਕਿਸਾਨ ਜਥੇਬੰਦੀਆਂ ਸਰਗਰਮੀਆਂ, ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜੀ। ਦੂਸਰਾ, ਅੱਜ ਤੋਂ ਕਿਸਾਨ ਜਿਹੜੇ ਆ ਉਹ ਭੁੱਖ ਹੜਤਾਲ, ਸੰਕੇਤਕ ਭੁੱਖ ਹੜਤਾਲ ਸ਼ੁਰੂ ਕਰ ਰਹੇ ਆ ਜੀ। 11 ਬੰਦੇ ਜਿਹੜੇ ਕਹਿੰਦੇ ਸੀ, 11 ਬੰਦੇ, ਔਰ ਉਹ ਦੇਸ਼ ਭਰ ਦੇ ਵਿੱਚ ਹੋਏਗਾ ਜੀ। ਤੇ ਉਹਦੇ ਨਾਲ ਹੀ ਰਕੇਸ਼ ਟਕੈਤ ਹੁਣੀ ਕਿਹਾ ਵੀ 23 ਦਸੰਬਰ ਨੂੰ ਕਿਸਾਨ ਦਿਵਸ ਆ, ਇਸ ਦਿਨ ਆਪਾਂ ਇੱਕ ਡੰਗ ਦੀ ਰੋਟੀ ਨਹੀਂ ਖਾਣੀ, ਇੱਕ ਦਿਨ ਮਤਲਬ ਇੱਕ ਵੇਲੇ ਚੁੱਲ੍ਹੇ ਨਹੀਂ ਬਾਲਣੇ। ਪੂਰੀ ਦੁਨੀਆ ਜਿੱਥੇ ਜਿੱਥੇ ਪੰਜਾਬੀ ਜਾਂ ਹੋਰ ਕਿਸਾਨ ਹਿਤੈਸ਼ੀ ਲੋਕ ਵਸਦੇ ਆਏ, ਉਹਨਾਂ ਨੇ ਸਾਰਿਆਂ ਨੂੰ ਗੁਜ਼ਾਰਿਸ਼ ਕੀਤੀ ਜੀ। ਔਰ 25 ਤੋਂ 27 ਦੇ ਦਰਮਿਆਨ 2 ਦਿਨ ਦੇਸ਼ ਭਰ ਦੇ ਵਿੱਚ ਟੋਲ ਜਿਹੜੇ ਪਲਾਜ਼ਾ ਆ, ਉੱਥੇ ਕੋਈ ਫੀਸ ਨਹੀਂ ਦਿੱਤੀ ਜਾਊਗੀ, ਫ੍ਰੀ ਕਰ ਦਿੱਤੇ ਜਾਣਗੇ। ਉਹ ਫ੍ਰੀ ਇਹਨਾਂ ਨੇ, ਸਰਕਾਰ ਨੇ ਨਹੀਂ ਕਰਨੇ, ਕਿਸਾਨ ਉਹਨਾਂ ਦੀ ਘੇਰਾਬੰਦੀ ਕਰਨਗੇ ਔਰ ਉੱਥੇ ਫੀਸ ਨਹੀਂ ਲੈਣ ਦੇਣਗੇ ਜੀ। ਇਸੇ ਤਰ੍ਹਾਂ ਕਿਸਾਨ ਕਹਿੰਦੇ ਆ ਵੀ ਅਕਸਰ ਸਾਡੇ ਪ੍ਰਧਾਨ ਮੰਤਰੀ ਐਤਵਾਰ ਨੂੰ ਮਨ ਕੀ ਬਾਤ ਕਰਦੇ ਆ। ਉਹ ਕਹਿੰਦੇ ਭਈ ਸਾਡੇ ਕਿਸਾਨਾਂ ਦੇ ਮਨ ਕੀ ਬਾਤ ਤਾਂ ਇਹਨਾਂ ਨੇ ਹੁਣ ਤੱਕ ਸਮਝੀ ਨਹੀਂ ਜੀ, ਉਹਦੇ ਲਈ ਕੁਝ ਜ਼ਰੂਰੀ ਨਹੀਂ ਸਮਝਿਆ। ਬਿਲਕੁਲ। ਉਹ ਅਮਾਨੀਆਂ ਅਡਾਨੀਆਂ ਦੇ ਪੋਤਰੇ ਹੁੰਦੇ ਆ ਤੇ ਬੰਬੇ ਨੂੰ ਚਲ ਜਾਂਦੇ ਨੇ, ਮੁੰਬਈ ਚਲ ਜਾਂਦੇ ਆ ਵਧਾਈਆਂ ਦੇਣ। ਉਹ ਮੱਧ ਪ੍ਰਦੇਸ਼ ਦੇ ਜਿਹੜੇ ਪਿੱਠੂ ਕਿਸਾਨ ਆ, ਉਹਨਾਂ ਨੂੰ ਟੈਲੀਵਿਜ਼ਨ ਰਾਹੀਂ, ਵਰਚੁਅਲ ਮੀਟਿੰਗ ਰਾਹੀਂ ਸੰਬੋਧਨ ਕਰਦੇ ਆ। ਪਰ ਆ ਜਿਹੜੇ ਲੱਖਾਂ ਆਣ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਿੱਲੀ ਦੇ ਬਾਰਡਰ ਮੱਲੀ ਬੈਠੇ ਆ, ਇਹ ਅਜੇ ਤੱਕ ਉਹਨਾਂ ਨੂੰ ਦਿਸੇ ਨਹੀਂ ਔਰ ਨਾ ਹੀ ਇਹਨਾਂ ਦੀ ਮਨ ਕੀ ਬਾਤ ਉਹਨਾਂ ਨੇ ਸੁਣੀ ਹੈ। ਤੇ ਉਹ ਕਹਿੰਦੇ ਕਾਸ਼ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਹੋਰੀ ਸਾਡੀ ਗੱਲ ਵੀ ਸੁਣ ਲੈਣ ਜੀ। ਔਰ ਇਸ ਕਰਕੇ ਉਹਨਾਂ ਨੇ ਕਿਹਾ ਵੀ ਐਤਕੀ ਜਦੋਂ ਉਹਨਾਂ ਦਾ ਵੇਲਾ ਹੋਣਾ ਨਾ ਪ੍ਰਸਾਰਣ ਦਾ ਰੇਡੀਓ TV ਤੇ ਮਨ ਕੀ ਬਾਤ ਦਾ, ਉਸ ਵੇਲੇ ਦੇਸ਼ ਭਰ ਦੇ ਵਿੱਚ ਥਾਲੀਆਂ ਖੜਕਾਈਆਂ ਜਾਣਗੀਆਂ ਜਿੱਦਾਂ ਕਰੋਨਾ ਭਜਾਇਆ ਸੀ। ਹਾਂ, ਉਹ ਕਰੋਨਾ ਤਾਂ ਭੱਜਾ ਨਹੀਂ, ਅਜੇ ਵੀ ਬਹੁਤ ਮੌਤਾਂ ਹੋ ਰਹੀਆਂ, ਹਾਲੇ ਪੂਰੇ ਦੇਸ਼ ਦੀ ਜਿਹੜੀ ਆ ਸੈਂਪਲਿੰਗ ਹੀ ਨਹੀਂ ਹੋ ਸਕੀ। ਤਾਂ ਉਹ ਕਹਿੰਦੇ ਵੀ ਮਨ ਕੀ ਬਾਤ ਜਿਹੜੀ ਆ, ਇਸ ਕਰਕੇ ਅਸੀਂ ਉਸ ਰੌਲੇ ਗੋਲੇ 'ਚ ਗੁਆਵਾਂਗੇ। ਅੱਛਾ, ਮੇਰੀ ਗੱਲ ਸੁਣੋ, ਇਹਦੇ 'ਚ ਕਿਤੇ ਮਤਲਬ ਇੱਦਾਂ ਨਹੀਂ ਲੱਗਦਾ ਜਿੱਦਾਂ ਕਿਸਾਨਾਂ ਨੇ ਸਹੀ ਨਬਜ਼ ਫੜੀ ਹੁੰਦੀ ਆ? ਕਿਉਂਕਿ ਪ੍ਰਧਾਨ ਮੰਤਰੀ ਸਾਡੇ ਜਿਹੜੇ ਆ ਉਹ
ਪਾਲਿਸੀ ਮੇਕਿੰਗ 'ਚ ਕਿੰਨੇ ਕੁ ਸਫਲ ਆ ਆਪਾਂ ਸਾਰਿਆਂ ਨੂੰ ਪਤਾ ਹੈ ਜੀ। ਤੇ ਇਹੋ ਜਿਹਾ ਜਿਹੜਾ ਤਮਾਸ਼ਾ ਕਰਨ ਦੇ ਵਿੱਚ, ਕਰਵਾਉਣ ਦੇ ਵਿੱਚ ਉਹਨਾਂ ਨੇ ਕਾਫੀ ਉਹਨਾਂ ਦਾ ਯੋਗਦਾਨ ਆ। ਕਦੇ ਤਾਲੀਆਂ ਵਜਵਾਤੀਆਂ, ਕਦੇ ਮੋਮਬੱਤੀਆਂ ਜਗਾਤੀਆਂ, ਕਦੇ ਦੀਵੇ ਜਗਾਤੇ। ਸੋ ਕਿਸਾਨਾਂ ਨੇ ਸਹੀ ਨਬਜ਼ ਫੜੀ ਲੱਗਦੀ ਹੈ ਹੁਣ। ਹਾਂਜੀ, ਔਰ ਉਹਦੇ ਨਾਲ ਹੀ ਆ ਪਈ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਜਿਹੜੇ ਆ ਵਿਵੇਕ ਅਗਰਵਾਲ ਹੋਰੀ ਜੀ ਉਹਨਾਂ ਨੇ ਸੁੱਖ ਨਾਲ ਫੇਰ 40 ਕਿਸਾਨ ਯੂਨੀਅਨਾਂ ਨੂੰ ਚਿੱਠੀ ਪਾਈ ਆ ਵੀ ਭਾਈ ਜਿਹੜੀਆਂ ਤੁਹਾਡੇ ਸ਼ੰਕਾਵਾਂ ਨੇ, ਖਦਸ਼ੇ ਆ, ਉਹ ਸਾਨੂੰ ਦੱਸੋ, ਤੁਹਾਡੇ ਜਿਹੜੇ ਕੰਸਰਨਸ ਨੇ, ਤਾਂ ਅਗਲੀ ਤਰੀਕ ਕੋਈ ਆਪਾਂ ਮਿਥੀਏ। ਅੱਛਾ, ਤਾਂ ਉਹ ਆਪਣੇ ਸ਼ੰਕਾਵਾਂ ਜਿਹੜੀਆਂ ਆ, ਖਦਸ਼ੇ ਆ, ਉਹ ਤਾਂ ਹੁਣ ਤੱਕ ਹਜ਼ਾਰਾਂ ਵਾਰ ਦੱਸ ਚੁੱਕੇ ਆ। ਬਿਲਕੁਲ ਠੀਕ ਹੈ। ਸਰਕਾਰ ਇੱਕ ਬੰਨੇ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹੋਣ ਦਾ ਪ੍ਰਚਾਰ ਕਰਦੀ ਆ, ਕਰੋੜਾਂ ਰੁਪਈਆ ਇਸ ਵੇਲੇ ਐਡ ਤੇ ਖਰਚਿਆ ਜਾ ਰਿਹਾ, ਅਖਬਾਰਾਂ ਦੇ ਵਿੱਚ ਪੂਰੇ ਸਫੇ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਆ, ਰੇਡੀਓ ਟੀਵੀ ਤੇ ਮਸ਼ਹੂਰੀ ਕੀਤੀ ਜਾ ਰਹੀ ਆ ਵੀ ਇਹ ਕਿੱਦਾਂ ਕਿਸਾਨਾਂ ਦੇ ਫਾਇਦੇ ਦੇ ਨੇ। ਤਾਂ ਦੂਸਰੇ ਬੰਨੇ ਹਾਲੇ ਕਹਿੰਦੀ ਆ ਵੀ ਗੱਲਬਾਤ ਕਰੋ ਭਾਈ, ਵੀ ਆਪਾਂ ਦੇਖਦੇ ਆ ਕੀ ਨਿਕਲਦਾ ਉਹਦੇ ਵਿੱਚੋਂ। ਹੁਣ ਤੱਕ 5 ਗੇੜ ਦੀਆਂ ਗੱਲਾਂ ਬਾਤਾਂ ਚੋਂ ਤਾਂ ਕੁਝ ਨਹੀਂ ਨਿਕਲਿਆ ਹੈਗਾ। ਤਾਂ ਨਾਲ ਦੀ ਨਾਲ ਕਹਿੰਦੇ ਆ ਵੀ ਆਪੇ ਹੁਣ ਕਹਿ ਰਹੀ ਸਰਕਾਰ ਵੀ ਤੁਸੀਂ ਤਰੀਕ ਮਿੱਥੋ। ਇੱਕ ਤਰ੍ਹਾਂ ਤਾਂ ਤੇਜਪਾਲ ਜੀ ਸਰਕਾਰ ਇਸ ਵੇਲੇ ਪੂਰੀ ਤਰ੍ਹਾਂ ਡਾਵਾਡੋਲ ਹੋਈ ਪਈ ਆ ਇਹਨਾਂ ਮੁੱਦਿਆਂ ਦੇ ਉੱਤੇ, ਜਿਹਨੂੰ ਆਪਾਂ ਕਹਿੰਦੇ ਨਾ ਅੰਦਰੋਂ ਜਰਕੀ ਪਈ ਆ। ਸਰਕਾਰ ਜਰਕੀ ਹੋਈ ਹੈ। ਨਹੀਂ ਤਾਂ ਹੁਣ ਕਹਿਣ ਦੀ ਲੋੜ ਨਹੀਂ ਵੀ ਤਰੀਕ ਮਿੱਥੋ। ਉਹ ਤਾਂ ਕਹਿੰਦੇ ਠੀਕ ਆ ਭਾਈ, ਸਾਡੀ ਇੱਕੋ ਹੀ ਮੰਗ ਆ, ਰੱਦ ਕਰੋ ਇਹਨਾਂ ਨੂੰ, ਰੱਦ ਕਰੋ, ਉਹ ਤੋਂ ਘੱਟ ਕੁਛ ਨਹੀਂ। ਜੀ। ਤਾਂ ਅਮਿਤ ਸ਼ਾਹ ਹੁਣੀ ਹੁਣ ਗੱਲਾਂ ਕਰਦੇ ਆ, ਇੱਕ ਬੰਨੇ ਦਾ ਬੰਗਾਲ ਤੇ ਰੈਲੀਆਂ ਨੂੰ ਸੰਬੋਧਨ ਕਰਦੇ ਆ, ਇੱਕ ਬੰਨੇ ਕਹਿੰਦੇ ਆ ਵੀ ਜਿਹੜੇ ਨਰਿੰਦਰ ਤੋਮਰ ਹੋ ਰਹੀਆਂ ਉਹ 1-2 ਦਿਨਾਂ 'ਚ ਗੱਲਬਾਤ ਕਰਨਗੇ। ਤੇ ਤੁਸੀਂ ਗੱਲਬਾਤ ਕਿਉਂ ਨਹੀਂ ਕਰਦੇ? ਦੇਸ਼ ਦਾ ਗ੍ਰਹਿ ਮੰਤਰੀ ਆ, ਦੇਸ਼ ਦੀ ਰਾਜਧਾਨੀ ਕਿਸਾਨਾਂ ਨੇ ਘੇਰੀ ਹੋਈ ਆ ਇੱਕ ਤਰ੍ਹਾਂ ਨਾਲ, ਤਾਂ ਦੇਸ਼ ਦਾ ਗ੍ਰਹਿ ਮੰਤਰੀ ਬੰਗਾਲ ਜਿਹੜਾ ਧੁਰ ਪੂਰਬ ਦੇ ਵਿੱਚ ਜਾ ਕੇ ਸਾਡਾ ਸੂਬਾ ਆ ਉੱਥੇ ਪ੍ਰਚਾਰ ਕਰ ਰਹੇ ਆ, ਤਾਂ ਉਹ ਇਹਨਾਂ ਨੂੰ ਮਿਲਣਾ ਗਵਾਰਾ ਨਹੀਂ ਸਮਝਦੇ। ਜੀ ਸਤੀ ਸਾਹਿਬ, ਇਹਦੇ 'ਚ ਨਾ 2 ਚੀਜ਼ਾਂ ਆ। ਇੱਕ ਤਾਂ ਪਹਿਲੀ ਗੱਲ ਜਿਹੜੀ ਆ ਪਈ 26 ਨੂੰ ਇਹਨਾਂ ਨੇ ਕਿਹਾ ਵੀ ਜਿਹੜੇ NDA ਦੇ ਵਿੱਚ ਪਾਰਟੀਆਂ ਸਾਰੀਆਂ ਹੈਗੀਆਂ ਉਹਨਾਂ ਨੂੰ ਵੀ ਘੇਰਾਂਗੇ, ਤਾਂ ਕਿ ਉਹਨਾਂ ਤੇ ਵੀ ਦਬਾਅ ਬਣਾਇਆ ਜਾ ਸਕੇ ਵੀ ਭਾਈ ਸਰਕਾਰ ਨੂੰ ਸਮਝਾਓ, ਤੁਹਾਡੇ ਸਾਥੀ ਆ। ਦੂਜੀ ਗੱਲ ਜਿਹੜੀ ਆ ਉਹ ਜੋਗਿੰਦਰ ਸਿੰਘ ਉਗਰਾਹਾਂ ਹੁਣੀ ਕਹੀ ਆ, ਤੁਸੀਂ ਪਹਿਲਾਂ ਕਿਹਾ ਨਾ PM ਸਾਹਿਬ ਕਦੀ ਕਿਤੇ ਜਾਂਦੇ ਆ, ਕਦੀ ਕਿਤੇ ਜਾਂਦੇ ਆ, ਜਾ ਕੇ ਉੱਥੇ ਉਹ ਮੀਟਿੰਗਾਂ ਕਰਦੇ ਫਿਰਦੇ ਆ, ਤੇ ਉਹ ਕਹਿੰਦੇ ਵੀ ਜਿੰਨੇ ਕੁ ਬੰਦੇ PM ਸਾਹਿਬ ਨਾਲ ਲਈ ਫਿਰਦੇ ਆ ਉਨੇ ਕੁ ਤੇ ਪਿੰਡ ਦਾ ਸਰਪੰਚ ਲਈ ਫਿਰਦਾ ਹੁੰਦਾ, ਤੇ ਆ ਜਿਹੜੇ ਲੱਖਾਂ ਆ ਇਹਨਾਂ ਕੋਲ PM ਸਾਹਿਬ ਆ ਨਹੀਂ ਰਹੇ, ਤੇ ਉਹ 150 200 400 ਬੰਦੇ ਨੂੰ ਜਾ ਕੇ ਸੰਬੋਧਨ ਕਰਕੇ ਤਾਂ ਫੋਟੋਆਂ ਪਾਉਂਦੇ ਆ, ਉਹਦਾ ਕੋਈ ਫਾਇਦਾ ਨਹੀਂ। ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਜਿਹੜਾ ਪਹਿਲਾਂ ਤੁਸੀਂ ਕਿਹਾ ਨਾ ਵੀ NDA ਤੇ ਦਬਾਅ ਪਾਉਣਾ, ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਜਿਹੜਾ ਆਪਣਾ, ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਆਗੂ ਨੇ ਨਾ, ਸਰਦਾਰ ਜਗਜੀਤ ਸਿੰਘ ਡਾਲੇਵਾਲ ਹੋਰੀ, ਉਹਨਾਂ ਨੇ ਬਿਆਨ ਜਾਰੀ ਕੀਤਾ ਕੱਲ। ਉਹ ਕਹਿੰਦੇ ਵੀ NDA ਕੋਲ ਅਸੀਂ ਜਾਵਾਂਗੇ, ਜੇ ਉਹ ਨਹੀਂ ਮੰਨਦੇ, NDA ਵਾਲੇ ਸਾਡਾ ਸਹਿਯੋਗ ਨਹੀਂ ਕਰਦੇ, ਸਾਨੂੰ ਹਮਾਇਤ ਨਹੀਂ ਦਿੰਦੇ ਸਾਡੇ ਅੰਦੋਲਨ ਨੂੰ, ਤਾਂ ਅਸੀਂ ਉਹਨਾਂ ਦਾ ਵੀ ਫਿਰ ਬਾਈਕਾਟ ਕਰਾਂਗੇ। ਕਿਉਂਕਿ ਦੇਸ਼ ਵਿੱਚ ਸਮੇਤ ਸੀਟੂ ਦੇ ਖੱਬੇ ਪੱਖੀ ਸੱਜੇ ਪੱਖੀ ਯੂਨੀਅਨਾਂ, ਚਾਹੇ ਉਹ ਟਰਾਂਸਪੋਰਟ ਵਾਲੇ ਨੇ, ਚਾਹੇ ਉਹ ਆੜਤੀਏ ਨੇ, ਚਾਹੇ ਉਹ ਇੰਡਸਟਰੀਅਲਿਸਟ ਨੇ, ਉਹ ਸਾਰੇ ਇਸ ਵੇਲੇ ਇਹਨਾਂ ਦੀ ਸਪੋਰਟ ਕਰ ਰਹੇ ਆ, ਕਿਉਂਕਿ ਇੰਡਸਟਰੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਆ ਉੱਤਰੀ ਭਾਰਤ ਦੀ, ਖਾਸ ਕਰਕੇ ਸਪਲਾਈ ਰੁਕੀ ਹੋਈ ਹੈ। ਔਰ ਉਸ ਪਿੱਛੋਂ ਇਹ ਜਿਹੜਾ ਅਗਰਾਹਾਂ ਸਾਹਿਬ ਦਾ ਬਿਆਨ ਆਉਂਦਾ ਹੈਗਾ ਭਈ ਇਹ ਜਿਹੜੇ ਪ੍ਰਧਾਨ ਮੰਤਰੀ ਨੇ, ਭਈ ਸੱਚ ਹੈ ਉਹਨਾਂ ਦੀ ਗੱਲ, ਭਈ ਪਿੰਡ ਦੇ ਸਰਪੰਚ ਨਾਲ ਵੀ 15-20 ਬੰਦੇ ਤਾਂ ਤੁਰੇ ਫਿਰਦੇ ਆ, ਹਨਾ। ਸੋ ਇਹ ਨਾਲ ਦੀ ਨਾਲ ਤੁਸੀਂ ਦੇਖੋ ਭਈ ਹੋਛੇ ਹੱਥ ਕੰਡੇ ਵੀ ਵਰਤ ਰਹੀ ਆ ਸਰਕਾਰ, ਭਈ ਕਿਉਂਕਿ ਕਿਸਾਨ ਜਿਹੜੇ ਆ ਜ਼ਿਮੀਂਦਾਰ, ਕਈ ਉਹਨਾਂ 'ਚ ਆੜਤੀਏ ਵੀ ਆ, ਬਹੁਤਾ ਜਿਹੜਾ ਆ ਉਹ ਮਤਲਬ ਆੜਤੀਏ ਜਿਹੜੇ ਸ਼ਹਿਰੀ ਵਰਗ ਦੇ ਲੋਕ ਆ, ਪਰ ਟਾਵੇਂ ਪਿੰਡਾਂ ਦੇ ਲੋਕ ਵੀ ਨੇ। ਔਰ ਉਹਨਾਂ ਨੇ ਪਹਿਲਾਂ ਆੜਤੀਆਂ ਤੇ, ਸ਼ਹਿਰੀ ਆੜਤੀਆਂ ਤੇ, ਖਾਸ ਕਰਕੇ ਹਿੰਦੂ ਆੜਤੀ ਆਪਾਂ ਕਹਿ ਲਈਏ, ਉਹਨਾਂ ਤੇ ਜਿਹੜੇ ਇਨਕਮ ਟੈਕਸ ਦੇ ਛਾਪੇ ਮਰਵਾਏ ਆ। ਗਾਂ ਫਿਰ ਉਹ ਜਿਹੜੇ ਜੱਟ ਜਾਂ ਜ਼ਿਮੀਂਦਾਰ ਜਾਂ ਕਿਸਾਨ ਆੜਤੀਆਂ ਦੇ ਕੰਮ, ਫਿਰ ਉਹਨਾਂ ਵੱਲ ਨੂੰ ਤੁਰਨਗੇ। ਉਹਨਾਂ ਨੇ ਕਿਹਾ ਵੀ ਇਹ ਸਰਕਾਰ ਦੀ ਸਾਰੀ ਸੋਚੀ ਸਮਝੀ ਸਾਜ਼ਿਸ਼ ਹੈਗੀ ਆ, ਵੀ ਜਿਹੜਾ ਅੰਦੋਲਨ ਆ ਉਹਨੂੰ ਫਿੱਕਾ ਪਾਉਣ ਦੇ ਲਈ ਜਾਂ ਡਰਾਉਣ ਧਮਕਾਉਣ ਦੇ ਲਈ। ਪਹਿਲੀ ਗੱਲ ਤਾਂ ਜਿਹੜਾ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਹੈ, ਉਹ ਕਹਿੰਦੀ ਵੀ ਅਸੀਂ ਹੁਣ ਇਨਕਮ ਟੈਕਸ ਅਫਸਰਾਂ ਦੇ ਘਰਾਓ ਸ਼ੁਰੂ ਕਰਾਂਗੇ। ਠੀਕ ਹੈ ਜੀ। ਔਰ ਉਸ ਪਿੱਛੋਂ 5 ਮੈਂਬਰੀ ਇੱਕ ਕਮੇਟੀ ਜਿਹੜੀ ਆ ਉਹਨਾਂ ਨੇ ਬਣਾਈ ਆ, ਜਿਹੜੀ ਕਿਸਾਨਾਂ ਦੇ ਨਾਲ ਤਾਲਮੇਲ ਰੱਖੂਗੀ, ਗੱਲਬਾਤ ਕਰੂਗੀ। ਸੋ ਇਹ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੇ, ਫਿਰ ਤੁਸੀਂ ਦੇਖੋ ਭਈ ਸਰਕਾਰ ਜਿਹੜੀ ਆ
ਇੱਕ ਬੰਨੇ ਪ੍ਰਚਾਰ ਕਰ ਰਹੀ ਆ ਕਾਨੂੰਨਾਂ ਦੇ ਸਾਡੇ ਲਈ ਫਾਇਦੇਮੰਦ ਹੋਣ ਦੇ ਜੀ। ਸੁੱਖ ਨਾਲ ਜਲੰਧਰ ਦੇ ਮਾਨਯੋਗ ਹੰਸਰਾਜ ਹੰਸ ਜੀ ਤੇ ਰਾਜ ਗਾਇਕ ਵੀ ਸਾਡੇ ਹੈਗੇ ਆ ਜਾਂ ਰਹੇ ਆ ਕਹਿ ਲਓ, ਤਾਂ ਉਹ ਦਿੱਲੀ ਦਾ 100 ਪਿੰਡ ਪੈਂਦਾ ਜੀ ਉਹਨਾਂ ਦੇ ਹਲਕੇ ਦੇ ਵਿੱਚ। ਉੱਥੇ ਜਿਹੜਾ ਨਰਿੰਦਰ ਤੋਮਰ ਹੋਰੀ ਚਿੱਠੀ ਪਾਈ ਸੀ ਨਾ ਕਿਸਾਨਾਂ ਨੂੰ, ਜੀ ਠੀਕ ਹੈ ਜੀ, ਉਹਦੀਆਂ ਕਾਪੀਆਂ ਬਣ ਰਹੇ ਆ ਤੇ ਕਿਸਾਨਾਂ ਨੂੰ ਭਰਮਾ ਰਹੇ ਆ। ਜਿਹੜਾ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾਉਣ ਨਿਕਲੇ ਹੋਏ ਆ ਘਰੋਂ, ਤੇ ਇੱਥੇ ਸੁੱਖ ਨਾਲ ਵਿਰੋਧ ਵੀ ਹੋਇਆ ਸੀਗਾ। ਕਿਤੇ ਉੱਥੇ ਚਲ ਗਏ ਸੀਗੇ ਮੋਗੇ ਉਦਘਾਟਨ ਉੱਥੋਂ ਭਜਾਉਣੇ ਪਏ ਪ੍ਰੀ ਨਿਰਵਾਣ ਦਿਵਸ ਸੀਗਾ ਜਦੋਂ ਬਾਬਾ ਸਾਹਿਬ ਅੰਬੇਦਕਰ ਦਾ, ਤੇ ਉੱਥੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਤੇ ਉੱਥੋਂ ਮਸੀਂ ਨਿਕਲ ਕੇ ਆਇਆ ਸੀ ਸਿਕਿਉਰਿਟੀ ਵਾਲਿਆਂ ਦੇ ਨਾਲ। ਬਿਲਕੁਲ। ਤੇ ਉਹਦੇ ਫਿਰ ਤੁਸੀਂ ਦੇਖੋ ਵੀ ਕਿੱਦਾਂ ਇੱਕ ਬੰਨੇ ਮਤਲਬ ਮਨਾ ਰਹੇ ਆ, ਇੱਕ ਬੰਨੇ ਵਿਰੋਧ ਕਰ ਰਹੇ, ਇੱਕ ਬੰਨੇ ਕਿਸਾਨਾਂ ਨੂੰ ਕਹਿੰਦੇ ਆ ਵੀ ਇਹ ਤੁਹਾਡੇ ਲਈ ਠੀਕ ਹੈ, ਇੱਕ ਬੰਨੇ ਕਹਿੰਦੇ ਗੱਲਬਾਤ ਦੱਸੋ ਵੀ ਜੇ ਨਹੀਂ ਠੀਕ ਤਾਂ ਇਦਾਂ ਨਹੀਂ ਇਦਾਂ ਕਰ ਲੈਂਦੇ ਆ। ਬਿਲਕੁਲ। ਤਾਂ ਫਿਰ ਤੁਸੀਂ ਦੇਖੋ ਵੀ ਹੁਣ ਕੱਲ ਇੱਕ ਹੋਰ ਨੰਨਾ ਛੇੜ ਦਿੱਤਾ, ਕੈਥਲ ਦੇ ਭਾਜਪਾ ਵਿਧਾਇਕ ਆ ਆਪਣੇ ਲੀਲਾ ਰਾਮ ਹੁਣੀ, ਉਹ ਕਹਿੰਦੇ ਵੀ ਜਿਹੜੇ ਉੱਥੇ ਬਾਰਡਰ ਤੇ ਬੈਠੇ ਆ ਨਾ ਉਹ ਕਿਸਾਨ ਨਹੀਂ, ਉਹ ਤਾਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਬੰਦੇ ਆ, ਤੇ ਇਮਰਾਨ ਜਿੰਦਾਬਾਦ, ਇਮਰਾਨ ਖਾਨ ਦੇ ਪਾਕਿਸਤਾਨੀ। ਮੈਨੂੰ ਲੱਗਦਾ ਇਹ ਜਿਹੜੇ ਭਾਜਪਾ ਦੀ ਇਹ ਚਾਲ ਸੀ ਨਾ, ਇਹ ਕਾਫੀ ਦਿਨ ਪਹਿਲਾਂ ਫੇਲ ਹੋ ਚੁੱਕੀ ਹੈ। ਇਹ ਕੈਥਲ ਵਾਲੇ ਐਮਐਲਏ ਸਾਹਿਬ ਇੰਨੇ ਦਿਨ ਸੁੱਤੇ ਰਹੇ, ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਅਸੀਂ ਉੱਥੇ ਲੋਕੀ ਕੀ ਕਹਿੰਦੇ ਪਏ ਆ। ਉਹੀ ਹੈ ਨਾ ਜੀ ਵੀ ਇਹਨਾਂ ਨੇ ਕਾਨੂੰਨਾਂ ਨਾਲ ਸਹਿਮਤ ਕਰਨ ਲਈ ਹਰ ਹੀਲਾ ਵਰਤ ਲਿਆ ਇੱਕ ਤਰ੍ਹਾਂ ਨਾਲ ਕਹਿ ਲਓ। ਬਿਲਕੁਲ। ਤੇ ਦੂਸਰਾ ਹੁਣ ਇਦਾਂ ਦੇ ਮੁੱਦੇ ਛੇੜ ਰਹੀ ਆ ਕਿਸਾਨਾਂ ਦਾ ਧਿਆਨ ਭਟਕਾਉਣ ਲਈ। ਤਾਂ ਔਰ ਆਪਣੇ ਹੁਣ SYL ਦਾ ਮੁੱਦਾ ਚੁੱਕ ਲਿਆ। ਜੀ। ਅੱਛਾ, ਉਹਦੇ ਤੇ ਆਪਾਂ ਆਉਣੇ ਆ। ਇੱਕ ਨਾ ਇਹਨਾਂ ਨੇ ਹੋਰ ਮੁੱਦਾ ਜਿਹੜਾ ਬੜਾ ਚੱਕਿਆ ਹੈਗਾ, ਉਹ ਹੈਗਾ ਫੋਰਨ ਫੰਡਿੰਗ ਦਾ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਈਡੀ ਥਰੂ ਜਾਂ ਕਿਸੇ ਏਜੰਸੀ ਥਰੂ ਨੋਟਿਸ ਜਾਰੀ ਹੋਏ ਨੇ। ਉਗਰਾਹਾਂ ਗਰੁੱਪ ਨੂੰ ਵੀ ਗਿਆ ਆ, ਤੇ ਉਗਰਾਹਾਂ ਗਰੁੱਪ ਵਾਲਿਆਂ ਨੇ ਅੱਗੋਂ ਇਹ ਗੱਲ ਕਹੀ ਆ, ਕਹਿੰਦੇ ਸਾਡੇ ਧੀਆਂ ਪੁੱਤ ਬਾਹਰ ਬੈਠੇ ਆ, ਉਹਨੇ ਆਪਣੇ ਪਿਓ ਦਾ ਖਿਆਲ ਨਹੀਂ ਕਰਨਾ, ਉਹਨੇ ਪੈਸੇ ਨਹੀਂ ਸਾਨੂੰ ਘੱਲਣੇ। ਜਦੋਂ ਉਹ ਘੱਲ ਕੇ ਤੇ ਅਸੀਂ ਕਰੋਨਾ ਲਈ ਲੰਗਰ ਲਾਏ ਸੀ ਤਾਂ ਉਦੋਂ ਕਿਸੇ ਨੇ ਨਹੀਂ ਕਹਿੰਦੇ ਕੁਛ ਕਿਹਾ। ਹਾਂ, ਔਰ ਉਹ ਬੈਂਕਾਂ ਰਾਹੀਂ ਨਾ ਜਾਨੀ ਕਿ ਗੱਲ ਤੋਰੀ ਆ, ਬੈਂਕ ਮੈਨੇਜਰਾਂ ਰਾਹੀਂ ਉਹ ਪਈ ਗੱਲਬਾਤ ਤੇ ਉਹ ਭਾਈ ਏਦਾਂ ਸਰਕਾਰ ਵੇਰਵੇ ਮੰਗ ਰਹੀ ਆ ਜੀ। ਅੱਛਾ, ਇੱਕ ਚੀਜ਼ ਹੋਰ, ਜਿਹੜਾ ਨਵਾਂ ਪ੍ਰੋਗਰਾਮ ਆਇਆ ਉਹਦੇ ਵਿੱਚ ਇਹਨਾਂ ਨੇ 25 ਨੂੰ ਜਾਂ 26 ਨੂੰ, ਮੈਨੂੰ ਕਨਫਰਮ ਨਹੀਂ ਹੈਗਾ ਪੂਰਾ ਡੇਟ ਦਾ, ਪਰ ਇਹਨਾਂ ਨੇ ਕਿਹਾ ਵੀ ਜਿਹੜੇ ਇੰਡੀਅਨ ਕੌਂਸੂਲੇਟਸ ਹੈਗੇ ਆ ਉਹਨਾਂ ਦੇ ਬਾਹਰ ਧਰਨੇ ਘਰਾਓ ਕੀਤਾ ਜਾਵੇ ਤੇ ਉਹਨਾਂ ਨੂੰ ਜਿਹੜੇ ਆ ਮੰਗ ਪੱਤਰ ਦਿੱਤੇ ਜਾਣ। ਆਲਰੇਡੀ ਉਹ ਕਰ ਵੀ ਰਹੇ ਹੈ, ਪਰ ਹੁਣ ਮਤਲਬ ਇੱਕ ਦਿਨ ਸਮੁੱਚੇ ਦੇਸ਼ ਮਤਲਬ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਬੈਠੇ ਨੇ ਭਾਰਤੀ, ਉੱਥੇ ਕੌਂਸੂਲੇਟਸ ਦੇ ਮਤਲਬ ਘਰਾਓ ਕੀਤੇ ਜਾਣੇ। ਸਤੀ ਸਾਹਿਬ, ਇੱਕ ਕੱਲ ਪੇਜ ਬੰਦ ਹੋ ਗਿਆ ਇਹਨਾਂ ਦਾ, ਫੇਸਬੁੱਕ ਪੇਜ ਜਿਹੜਾ ਅਸਲ 'ਚ ਟਵਿੱਟਰ ਨੂੰ ਵੀ ਉਹੀ ਹੈਂਡਲ ਕਰਦੀ ਹੈ, ਜਿਹੜਾ ਫੇਸਬੁੱਕ ਹੀ ਕੰਟਰੋਲ ਕਰਦੀ ਆ। ਕੱਲ ਫੇਸਬੁੱਕ ਟਵਿੱਟਰ ਦੋਵੇਂ ਹੀ ਤਕਰੀਬਨ ਬੰਦ ਸੀਗੇ ਕਿਸਾਨ ਏਕਤਾ ਜਿਹੜਾ ਮੋਰਚੇ ਦੇ, ਪਰ ਉਹ ਛੇਤੀ ਫੇਰ ਖੋਲ ਦਿੱਤੇ ਗਏ ਸੀ। ਪਹਿਲਾਂ ਉਹਨਾਂ ਨੇ ਕੁਝ ਇਤਰਾਜ਼ ਪਈ, ਇਹ ਜਿਹੜਾ ਮਾਪਦੰਡਾਂ ਤੇ ਮਤਲਬ ਪੂਰਾ ਨਹੀਂ ਉਤਰਦਾ ਹਟ ਕੇ ਆ, ਤਾਂ ਪਰ ਉਹ ਛੇਤੀ ਚਾਲੂ ਹੋ ਗਏ ਸੀ। ਹਾਂ, ਤੇ ਸਤੀ ਸਾਹਿਬ, ਇੱਕ ਆਹ ਬੀਜੇਪੀ ਛੱਡੀ ਜਾਂਦੇ ਪੰਜਾਬ ਦੇ, ਤਾਂ ਬਹੁਤ ਸਾਰੇ ਆਗੂ ਜਿਹੜੇ ਇਹਨਾਂ ਦੇ ਉਹ ਤਾਂ ਜਾਈ ਜਾਂਦੇ। ਹੁਣ ਦੇਖੋ, ਬੀਜੇਪੀ ਦਾ ਇਸ ਵੇਲੇ ਨਾ ਪੰਜਾਬ 'ਚ ਨਾ ਕੋਈ ਵਾਲੀ ਵਾਰਸ ਆ ਤੇ ਨਾ ਹੀ ਮਤਲਬ ਉਹਦੇ ਕੋਈ ਪੈਰ ਨੇ ਇਸ ਵੇਲੇ। ਬਿਲਕੁਲ ਜਿਵੇਂ ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਸਿਆਸੀ ਜ਼ਮੀਨ ਰਹੀ ਨਹੀਂ ਜੀ। ਇੱਕ ਬੰਨੇ ਤਾਂ ਕੱਲ ਫਿਰੋਜ਼ਪੁਰ ਪ੍ਰੈਸ ਕਲੱਬ ਦੇ ਵਿੱਚ ਭਾਜਪਾ ਦੇ ਲਗਭਗ 3 ਦਰਜਨ ਆਗੂ, 3 ਦਰਜਨ ਆਗੂ ਭਾਵ 36 ਬੰਦੇ ਹੈ ਨਾ ਜੀ। ਉਹਨਾਂ ਦੇ ਵਿੱਚ ਬਲਵੰਤ ਸਿੰਘ ਰਖੜੀ ਹੋਰੀ ਸਾਬਕਾ ਮਤਲਬ ਬਲਾਕ ਸੰਮਤੀ ਚੇਅਰਮੈਨ ਨੇ, ਮੌਜੂਦਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਪੱਪੂ, ਜਿੰਮੀ ਸੰਧੂ ਵਰਗੇ ਜਿਹੜੇ ਆਗੂ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬਕਾਇਦਾ, ਔਰ ਨਾਲ ਕਿਹਾ ਵੀ ਭਾਈ ਜਿਹੜੀ ਮਤਲਬ ਸਰਕਾਰ ਜਾਂ ਜਿਹੜੀ ਪਾਰਟੀ ਸਾਡੇ ਚੁੱਲ੍ਹੇ ਠਾਰਨ ਤੇ ਆ ਗਈ ਜੀ, ਉਹਦੇ ਨਾਲ ਕਾਹਦੀ ਵਫਾਦਾਰੀ। ਇਹ ਅੱਜ ਦੀਆਂ ਸੁਰਖੀਆਂ ਨੇ ਬਿਲਕੁਲ ਅਖਬਾਰਾਂ ਦੀਆਂ ਜੀ। ਤਾਂ ਨਾਲ ਦੀ ਨਾਲ ਜਲੰਧਰ ਦੇ ਵਿੱਚ ਮੰਡਲ ਅਭਿਆਸ ਵਰਗ ਇੱਕ ਇਹਨਾਂ ਦਾ ਸਮਾਗਮ ਸੀ ਜੀ ਪੈਲਸ ਦੇ ਵਿੱਚ ਰੱਖਿਆ ਹੋਇਆ ਜੀ। ਉੱਥੇ ਕਿਸਾਨਾਂ ਕਿਰਤੀਆਂ ਨੂੰ ਜਦੋਂ ਪਤਾ ਲੱਗਾ ਤਾਂ ਉੱਥੇ ਘਰਾਓ ਕੀਤਾ, ਨਾਅਰੇਬਾਜ਼ੀ ਹੋਈ ਆ। ਤੇ ਪੰਜਾਬ ਦੇ ਜਿਹੜੇ SC ਮੋਰਚੇ ਦੇ ਨਿਰਮਲ ਸਿੰਘ ਹੋਰੀ, ਮਨੋਰੰਜਨ ਕਾਲੀਆ ਹੋਣੀ, ਤਾਂ ਇੱਕ ਐਰੀ ਇਸੇ ਤਰ੍ਹਾਂ ਦੀਪਕ ਸ਼ਰਮਾ, ਇਹ ਆਗੂ ਜਿਹੜੇ ਆ ਪਿਛਲੇ ਗੇਟ ਰਾਹੀਂ ਉੱਥੋਂ ਪੁਲਿਸ ਨੂੰ ਕੱਢਣੇ ਪਏ ਆ ਜੀ। ਸੋ
ਇਹਨਾਂ ਦਾ ਕੋਈ ਆਧਾਰ ਨਹੀਂ, ਲੋਕ ਇਹਨਾਂ ਦਾ ਵਿਰੋਧ ਕਰ ਰਹੇ ਆ। ਫਿਰੋਜ਼ਪੁਰ ਵਾਲਿਆਂ ਨੇ ਤਾਂ ਕੱਲ ਇਹ ਵੀ ਕਿਹਾ ਵੀ ਅਸ਼ਵਨੀ ਸ਼ਰਮਾ ਜਿਹੜੇ ਹੁਣ ਰਹੇ ਨਹੀਂ ਪਹਿਲਾਂ ਸਾਬਕਾ ਪ੍ਰਧਾਨ, ਵੀ ਜੇ ਕਿਤੇ ਉਹ ਹੁੰਦੇ ਤਾਂ ਉਹ ਇਹਦਾ ਡਟ ਕੇ ਵਿਰੋਧ ਕਰਦੇ ਜੀ। ਹੁਣ ਵਾਲੇ ਪ੍ਰਧਾਨ ਵਾਂਗੂ ਨਾ ਕਰਦੇ ਵੀ ਉਹ ਇੰਨੇ ਅਣਖੀ ਬੰਦੇ ਸੀਗੇ ਵੀ ਉਹ ਪੰਜਾਬ ਦੇ ਹਿੱਤਾਂ ਦਾ ਪਹਿਲਾਂ ਸੋਚਦੇ ਸੀ। ਇਸ ਕਰਕੇ ਕਿਉਂਕਿ ਭਾਜਪਾ ਜਿਹੜੀ ਆ ਉਹ ਜਿਹੜਾ ਕਿਰਤੀਆਂ ਕਿਸਾਨਾਂ ਦੀ ਵਿਰੋਧੀ ਪਾਰਟੀ ਸਿੱਧ ਹੋਈ ਆ, ਅਸੀਂ ਕੁਛ ਨਹੀਂ ਇਹ ਤੋਂ ਲੈਣਾ ਦੇਣਾ ਜੀ। ਸਮਾਂ ਹੋ ਰਿਹਾ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ, ਹੋਰ ਗੱਲਾਂ ਕਰਦੇ ਇਹਨਾਂ ਨਾਲ, ਪੁੱਛਦੇ ਆ ਕਿਹੋ ਜਿਹੇ ਹਾਲਾਤ ਬਣ ਰਹੇ ਆ। ਸੱਤੀ ਸਾਹਿਬ, ਪ੍ਰਧਾਨ ਮੰਤਰੀ ਹੁਣੀ ਕਹਿੰਦੇ ਗੁਰਦੁਆਰੇ ਮੱਥਾ ਟੇਕਣ ਚੱਲ ਗਏ। ਦੇਖੋ ਜੀ, ਕੱਲ ਵੈਸੇ ਤਾਂ ਸੰਗਤਾਂ ਹੈਰਾਨ ਵੀ ਹੋਈਆਂ ਜੀ ਵੀ ਸਵੇਰ ਸਾਰੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਜੀ, ਜਿੱਥੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪਿੱਛੋਂ ਉਹਨਾਂ ਦੀ ਦੇਹ ਦਾ ਸੰਸਕਾਰ ਕੀਤਾ ਸੀ ਜੀ। ਦੇਹ ਦਾ ਸੰਸਕਾਰ ਨਹੀਂ, ਸ਼ਾਹ ਨੇ ਆਪਣੀ ਹਵੇਲੀ ਨੂੰ ਬਿਲਕੁਲ ਬਿਲਕੁਲ। ਸੋ ਉੱਥੇ ਕੱਲ ਪਹੁੰਚ ਗਿਆ ਜੀ। ਇੱਕ ਤਾਂ ਵੱਡੀ ਗੱਲ ਜਿਹੜੀ ਕੋਈ ਸੁਰੱਖਿਆ ਬੰਦੋਬਸਤ ਨਹੀਂ ਸੀ। ਪ੍ਰਧਾਨ ਮੰਤਰੀ ਆਮ ਤੌਰ ਤੇ ਜਿੱਥੇ ਮੂਵ ਹੋਣਾ ਹੁੰਦਾ ਉੱਥੇ ਪ੍ਰੋਟੋਕੋਲ ਹੁੰਦੀ ਆ, ਉੱਥੇ ਪਹਿਲਾਂ ਸਿਕਿਉਰਿਟੀ ਏਜੰਸੀ ਚੌਕਸ ਹੁੰਦੀਆਂ ਹੈਗੀਆਂ, ਕੋਈ ਸੁਰੱਖਿਆ ਇੰਤਜ਼ਾਮ ਨਹੀਂ ਸੀ, ਨਾ ਹੀ ਆਵਾਜਾਈ ਰੋਕੀ ਗਈ ਜੀ। ਤੇ ਚੁੱਪ ਚਪੀਤੇ ਉੱਥੇ ਜਾਂਦੇ ਆ ਤੇ ਮੱਥਾ ਟੇਕਦੇ ਨੇ, ਨਤਮਸਤਕ ਹੁੰਦੇ ਨੇ। ਤਾਂ ਨਾਲ ਫੇਰ ਜਾ ਕੇ ਉੱਥੇ ਸੰਗਤਾਂ 'ਚ ਵੀ ਥੋੜਾ ਬਹੁਤ ਵਿਚਰਦੇ ਆ ਤੇ ਟਵਿੱਟਰ ਤੇ ਆਪਣਾ ਸ਼ੇਅਰ ਕਰਦੇ ਆ ਫੋਟੋਆਂ। ਫਿਰ ਕਹਿੰਦੇ ਆ ਵੀ ਮੈਂ ਨਾ ਨੌਵੇਂ ਪਾਤਸ਼ਾਹ ਦੀ ਦਿਆਲਤਾ ਤੋਂ ਬਹੁਤ ਪ੍ਰੇਰਿਤ ਹਾਂ। ਭਈ ਉਹਨਾਂ ਨੇ ਫਿਰ ਨਾਲ ਹਿੰਦੀ ਮਤਲਬ ਅੰਗਰੇਜ਼ੀ ਦੇ ਨਾਲ ਪੰਜਾਬੀ 'ਚ ਵੀ ਟਵੀਟ ਕਰਦੇ ਆ ਵੀ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸਰਬਉੱਚ ਬਲਿਦਾਨ ਦਿੱਤਾ ਤੇ ਆਲਮੀ ਭਾਈਚਾਰੇ ਦਾ ਜਿਹੜਾ ਇੰਟਰਨੈਸ਼ਨਲ ਫਰੈਟਰਨਿਟੀ ਦਾ ਉਹਨਾਂ ਨੇ ਸੰਦੇਸ਼ ਦਿੱਤਾ ਸਾਨੂੰ ਜੀ। ਤਾਂ ਹੋਰ ਵੀ ਗੱਲਾਂ ਉੱਥੋਂ ਨਿਕਲਦੀਆਂ ਨੇ ਭਈ ਜਿਵੇਂ ਉਹ ਮੈਟ ਤਾਂ ਵੈਸੇ ਹੀ ਵਿਛਾਇਆ ਹੁੰਦਾ ਨਾ ਜੀ ਜੀ ਗਰਮੀਆਂ ਸਰਦੀਆਂ ਦੇ ਵਿੱਚ, ਬਿਲਕੁਲ। ਤੇ ਕਹਿੰਦੇ ਆ ਵੀ ਜਦੋਂ ਇਹ ਆਏ ਆ ਇੱਕ ਤਾਂ ਉਹਨਾਂ ਨੇ ਉਹ ਮੈਟ ਜਿਹੜਾ ਆ ਉਹ ਰੋਲ ਕਰ ਦਿੱਤਾ ਸੀ ਪ੍ਰਬੰਧਕਾਂ ਨੇ। ਤਾਂ ਦੂਸਰਾ ਇਹ ਭਈ ਉੱਥੇ ਜਿਹੜੇ ਉਸ ਵੇਲੇ ਕਥਾ ਚੱਲ ਰਹੀ ਸੀ ਜੀ ਜੀ ਜੀ, ਤਾਂ ਉਹਨਾਂ ਨੇ ਕੋਈ ਮਤਲਬ ਦ੍ਰਿਸ਼ਟਾਂਤ ਏਦਾਂ ਦੇ ਗੁਰਬਾਣੀ ਚੋਂ ਪੇਸ਼ ਕੀਤੇ ਜੀ ਭਈ ਜਿਹੜੇ ਉਹ ਪ੍ਰਧਾਨ ਮੰਤਰੀ ਨੂੰ ਲਾ ਕੇ ਗੱਲ ਜਿੱਦਾਂ ਕਹਿਣੀ ਹੁੰਦੀ ਆ ਜਾਂ ਸੁਣਾਉਣੀ ਹੁੰਦੀ ਆ ਭਈ ਉਹ ਇਸ ਤਰ੍ਹਾਂ ਦੇ ਵਿਆਖਿਆ ਜੀ। ਮੈਂ ਉਹ ਸੁਣਿਆ ਸੱਤੀ ਸਾਹਿਬ, ਉਹ ਕੁਦਰਤੀ ਵਰਤਾਰਾ ਹੀ ਸੀ ਵੀ ਉਹ ਕੁਦਰਤੀ ਕਹਿ ਲਓ ਭਈ ਉਸ ਵੇਲੇ ਉਹ ਦ੍ਰਿਸ਼ਾਂਤ ਆ ਗਿਆ, ਉਹ ਕੁਦਰਤੀ ਵਰਤਾਰਾ ਹੀ ਸੀਗਾ। ਕਹਿੰਦੇ ਭਈ ਮਤਲਬ ਜਿਹੜੇ ਪ੍ਰਧਾਨ ਮੰਤਰੀ ਦਾ ਅਮਲਾ ਫੈਲਾ ਹੁੰਦਾ ਮੀਡੀਆ ਵਾਲਾ, ਉਹ ਉਸ ਗੱਲ ਪ੍ਰਤੀ ਬਹੁਤ ਬਾਅਦ ਵਿੱਚ ਚੌਕਸ ਹੁੰਦੇ ਆ ਤੇ ਜਦ ਤੱਕ ਉਹ ਪੂਰੀ ਦੁਨੀਆ 'ਚ ਗੱਲ ਘੁੰਮ ਜਾਂਦੀ ਜੀ ਜੀ ਜੀ। ਤੇ ਕੱਲ ਮੇਰੇ ਵੀ ਉਹ ਸੁਣਨ ਦੇ ਵਿੱਚ ਆਈ ਭਈ ਉਹ ਕਿਤੇ ਕਿਤੇ ਜਿਹੜਾ ਅਕਾਲ ਪੁਰਖ ਆ ਨਾ ਜੀ, ਇਦਾਂ ਦੇ ਕੌਤਕ ਜਿਹੜੇ ਆ ਉਹ ਵਰਤਦੇ ਹੈਗੇ ਆ। ਤਾਂ ਜੇ ਪ੍ਰਧਾਨ ਮੰਤਰੀ ਸਾਡੇ ਇਹ ਸਮਝਦੇ ਆ ਵੀ ਹਿੰਦੂ ਧਰਮ ਦੀ ਰੱਖਿਆ ਲਈ ਨੌਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਜੀ ਔਰ ਉਹਨਾਂ ਦੀ ਦਿਆਲਤਾ ਤੋਂ ਪ੍ਰੇਰਿਤ ਵੀ ਨੇ, ਤਾਂ ਉਹ ਤਾਂ ਏਡੇ ਮਹਾਂਪੁਰਖ ਸੀ ਵੀ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਜੀ ਔਰ ਆਪਣੇ ਪੂਰਾ ਸਰਬੰਸ ਵਾਰਿਆ। ਬਿਲਕੁਲ, ਜਿਹੜਾ ਆ ਦਸਵੇਂ ਪਾਤਸ਼ਾਹ ਨੇ ਜੀ। ਔਰ ਉਹ ਜਿਹੜੇ ਆ ਜਦੋਂ ਕਹਿੰਦੇ ਆ ਵੀ 1.25 ਮਣ ਜੰਜੂ ਹੋ ਜਾਂਦਾ ਸੀਗਾ ਤੇ ਉਦੋਂ ਰੋਟੀ ਖਾਂਦਾ ਸੀ ਔਰੰਗਜ਼ੇਬ। ਬਿਲਕੁਲ, ਉਸ ਧਰਮ ਦੀ ਰੱਖਿਆ ਉਹਨਾਂ ਗੁਰੂ ਸਾਹਿਬਾਨ ਨੇ ਕੀਤੀ। ਬਿਲਕੁਲ। ਤਾਂ ਇਹ ਫਿਰ ਇਹ ਮੰਨਦੇ ਆ ਵੀ ਮੈਂ ਜੀ ਉਹਨਾਂ ਦੀ ਦਿਆਲਤਾ ਤੋਂ ਪ੍ਰਭਾਵਿਤ ਆ ਤੇ ਉਹ ਇੰਨੀ ਦਿਆਲਤਾ ਜੇ ਇੰਨੇ ਪ੍ਰਭਾਵਿਤ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ, ਤਾਂ ਜਿਹੜੇ ਉੱਥੇ ਬੱਚੇ ਬੁੱਢੇ ਜਿਹੜੇ ਆ ਵੰਸ਼ਜ ਉਹਨਾਂ ਦੇ ਗੁਰੂ ਸਾਹਿਬ ਦੇ ਵੰਸ਼ਜ ਬੈਠੇ ਆ ਗਾਹਾਂ, ਉਹਨਾਂ ਕੋਲ ਜਾਓ, ਉਹਨਾਂ ਕੋਲ ਵੀ ਜਾ ਕੇ। ਬਿਲਕੁਲ। ਤਾਂ ਮੈਂ ਤਾਂ ਕਹਿੰਦਾ ਵੀ ਗੁਰਦੁਆਰਾ ਸਾਹਿਬ ਗਏ ਆ, ਇਹ ਤਾਂ ਬਹੁਤ ਪ੍ਰਧਾਨ ਮੰਤਰੀ ਦਾ ਦੇਖੋ ਇਹ
ਗੁਰੂ ਘਰ ਕੋਈ ਵੀ ਜਾ ਸਕਦਾ ਬਿਲਕੁਲ। ਉਪਦੇਸ਼ 4 ਵਰਨਾਂ ਕੋ ਸਾਂਝਾ, ਉੱਥੇ ਤਾਂ ਕੋਈ ਵੀ ਜਾਵੇ, ਹਰ ਇੱਕ ਲਈ ਦਰ ਖੁੱਲੇ ਆ। ਪਰ ਨੀਤ ਸਹੀ ਹੋਣੀ ਚਾਹੀਦੀ ਹੈ, ਲੋਕਾਂ ਨੂੰ ਇੰਪ੍ਰੈਸ ਕਰਨ ਨਹੀਂ ਜਾਣਾ, ਤੁਸੀਂ ਆਪਣੇ ਪਾਪ ਬਖਸ਼ਾਉਣ ਜਾਣਾ। ਬਿਲਕੁਲ। ਆਪਾਂ ਗੁਰੂ ਘਰ ਤਾਂ ਹੀ ਮੱਥਾ ਟੇਕਣ ਜਾਂਦੇ ਆ ਨਾ, ਤਾਂ ਨਾਲ ਦੀ ਨਾਲ ਕਾਸ਼ ਕਿਤੇ ਸਾਡੇ ਪ੍ਰਧਾਨ ਮੰਤਰੀ ਏਦਾਂ ਹੀ ਆਪਣੀ ਫੇਰੀ ਚੁੱਪ ਚਪੀਤੇ ਕਿਤੇ ਬਾਰਡਰ ਤੇ ਵੀ ਆ ਜਾਣ ਜੀ, ਤੇ ਉਹ ਸਾਰੇ ਸੰਸ਼ੇ ਦੂਰ ਹੋ ਜਾਣ। ਬਿਲਕੁਲ। ਅੱਛਾ, ਹੁਣ ਨਾ ਇੱਕ ਹੋਰ ਚੀਜ਼ ਪਿਛਲੀ ਵਾਰੀ ਵੀ ਸ਼ਾਇਦ ਆਪਾਂ ਗੱਲ ਕੀਤੀ ਸੀ ਜੀ, SYL ਦਾ ਜਿੰਨ ਕੱਢਣ ਦੀ ਤਿਆਰੀ 'ਚ ਨੇ। ਹਰਿਆਣੇ ਦੇ ਜਿੰਨੇ BJP ਦੇ ਬੰਦੇ ਆ ਉਹ ਸਾਰੇ ਲੱਗੇ ਹੋਏ ਆ। ਕੱਲ੍ਹ ਇਹਨਾਂ ਨੇ ਭੁੱਖ ਹੜਤਾਲ ਵੀ ਕੀਤੀ, ਤੇ ਜਿਹੜੀ ਭੁੱਖ ਹੜਤਾਲ ਦੀਆਂ ਵੀਡੀਓਜ਼ ਆਈਆਂ ਉਹ ਇਹ ਆਈਆਂ ਵੀ ਹਰਿਆਣੇ ਵਾਲਾ ਉਹਨਾਂ 'ਚ ਕੋਈ ਨੀਗਾ, ਕੋਈ ਬਿਹਾਰ ਦਾ ਬੰਦਾ ਬੈਠਾ, ਕੋਈ ਕਿਤੇ ਦਾ, ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ SYL ਦਾ ਮੁੱਦਾ ਕੀ ਆ, ਤੇ SYL ਦਾ ਨਾਂ ਵੀ ਨਹੀਂ ਪਤਾ ਉਹਨਾਂ ਨੂੰ। ਉਹ ਜਿੱਦਾਂ ਇਹਨਾਂ ਦੇ ਬੀਬੀ ਕੰਗਣਾ ਰਣੌਤ ਹੁਣੀ ਜੀ ਕਿਹਾ ਸੀ ਨਾ ਵੀ ਇਹ 100 ਰੁਪਏ ਦਿਹਾੜੀ ਤੇ ਜੀ ਮਤਲਬ ਲੈਂਦੇ ਹੋਏ ਆ ਔਰਤਾਂ, ਉਹ ਅਸਲ 'ਚ ਬੀਬੀ ਕੰਗਣਾ ਰਣੌਤ ਹੁਣਾਂ ਦੀ ਪਲਟਣ ਹੁੰਦੀ ਆ, ਜਿਹੜੇ 100 ਰੁਪਇਆ ਦਿਹਾੜੀ ਤੇ ਆਏ ਹੁੰਦੇ ਆ ਬਿਲਕੁਲ ਜੀ। ਸੋ ਜਿਨ੍ਹਾਂ ਨੂੰ ਲੋੜ ਹੈ ਉਹ ਤਾਂ ਕਹਿੰਦੇ ਵੀ ਸਾਨੂੰ ਲੋੜ ਨਹੀਂ। ਜਿਹੜੀਆਂ ਸੈਂਕੜੇ ਖਾਪ ਪੰਚਾਇਤਾਂ, ਜਿਹੜੀਆਂ ਸਭ ਤੋਂ ਵੱਡੀਆਂ ਖਾਪ ਪੰਚਾਇਤਾਂ ਹਰਿਆਣੇ ਦੀਆਂ, ਜਿਹੜੇ ਉੱਥੋਂ ਦੇ ਕਿਰਤੀ ਲੋਕ ਆ, ਉਹ ਕਹਿੰਦੇ ਸਾਨੂੰ ਤਾਂ ਪਾਣੀ, ਉਹ ਤਾਂ ਕਹਿੰਦੇ ਆ ਜੀ, ਉਹ ਕਹਿੰਦੇ ਪਏ ਆ ਸਰਕਾਰ ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰਦੀ, ਜੇ ਜ਼ਮੀਨਾਂ ਦੇ ਇਹੀ ਪਾਣੀ ਕਰਨਾ ਕੀ ਆ। ਤੇ ਉਹ ਕਹਿੰਦੇ ਪਾਣੀ ਦੀ ਤਾਂ ਭਾਈ ਲੋੜ ਆ ਦਿੱਲੀ ਨੂੰ। ਸੋ ਉਹ ਸਿਰਫ ਇਹ ਜਿਹੜਾ ਆ ਇਸ ਅੰਦੋਲਨ ਨੂੰ ਕੁਰਾਹੇ ਪਾਉਣ ਨੂੰ ਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਦਾਂ ਦੇ ਜਿਹੜੇ ਸ਼ੋਸ਼ੇ ਸਰਕਾਰ ਵੱਲੋਂ ਛੱਡੇ ਜਾਂਦੇ ਆ ਜੀ। ਅੱਛਾ, ਆਪਣੇ BJP ਦੇ ਇੱਕ ਆਗੂ ਨੇ ਹਰਜੀਤ ਗਰੇਵਾਲ, ਹਾਂਜੀ, ਉਹਨਾਂ ਦੇ ਬਾਰੇ ਕੱਲ ਉਗਰਾਹਾਂ ਨੇ ਬੋਲਿਆ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਜੀ, ਕਹਿੰਦੇ ਮੈਂ ਉਹਨੂੰ ਸੀਰੀਅਸਲੀ ਨਹੀਂ ਲੈਂਦਾ, ਉਹ ਬੜਾ ਬੜਬੋਲਾ ਜਿਹਾ ਇਨਸਾਨ ਹੈ, ਤੇ ਉਹ ਕਹਿੰਦੇ ਪੰਜਾਬ ਦਾ ਪੁੱਤ ਹੈ ਹੀ ਨਹੀਂ ਜੀ। ਕਿੱਦਾਂ ਦੇਖਦੇ ਹੋ? ਦੇਖੋ, ਉਂਝ ਤਾਂ ਉਹ ਜ਼ਿਮੀਂਦਾਰਾ ਪਰਿਵਾਰ ਚੋਂ ਆ, ਕਿਸਾਨੀ, ਪਰ ਉਹਨਾਂ ਨੇ ਮੈਨੂੰ ਲੱਗਦਾ ਉਹ ਬੰਦੇ ਆ ਜਿਨ੍ਹਾਂ ਨੇ ਕਦੀ ਹਲ ਨਹੀਂ ਵਾਇਆ ਹੁੰਦਾ, ਨਾ ਟਰੈਕਟਰ ਨਾਲ ਤੇ ਨਾ ਬਲਦਾਂ ਨਾਲ। ਜੀ। ਉਹ ਪੁੱਠੇ ਸਿੱਧੇ ਬਿਆਨ ਕਦੀ ਕਦੀ ਦੇ ਦਿੰਦੇ ਆ, ਤੇ ਇਸ ਗੱਲ ਤੋਂ ਹੀ ਅੰਦਾਜ਼ਾ ਸਾਨੂੰ ਲਾ ਲੈਣਾ ਚਾਹੀਦਾ ਵੀ ਜਿਹੜਾ ਗਰੇਵਾਲ ਭਾਈਚਾਰਾ ਹੀ ਆ, ਉਹੀ ਪਿੰਡਾਂ 'ਚ ਉਹਦੇ ਪੁਤਲੇ ਫੂਕ ਰਿਹਾ ਜੀ, ਤੇ ਉਹਦਾ ਵਿਰੋਧ ਕਰ ਰਿਹਾ। ਉਹਨਾਂ ਦੇ ਆਪਣੇ ਪਿੰਡ 'ਚ ਕਹਿੰਦੇ ਉਹਨਾਂ ਦਾ ਬਾਈਕਾਟ ਹੋ ਗਿਆ, ਤੇ ਪਿੰਡਾਂ 'ਚ ਬਾਈਕਾਟ ਹੋ ਰਿਹਾ, ਔਰ ਉਹਨੂੰ ਵੰਡ ਨਹੀਂ ਦਿੱਤਾ ਜਾ ਰਿਹਾ। ਸੋ ਉਹ ਕਿੱਥੋਂ ਦਾ ਆਗੂ ਤੇ ਕਿਹੜਾ ਆਗੂ? ਸੋ ਇਹਨਾਂ ਲੋਕਾਂ ਦੀ ਕਿੰਨੀ ਵੁਕਤ ਆ ਸਮਾਜ ਦੇ ਵਿੱਚ, ਉਹ ਸਾਨੂੰ ਇਹ ਤੋਂ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ। ਦੂਸਰਾ, ਜੇ ਉਹ ਸੱਚਮੁੱਚ ਇੱਕ ਕਿਸਾਨ ਦਾ ਪੁੱਤ ਹੋਵੇ ਤਾਂ ਉਹਨੂੰ ਕਿਸਾਨਾਂ ਦਾ ਦਰਦ ਸਮਝ 'ਚ ਆਉਣਾ ਚਾਹੀਦਾ ਹੈਗਾ। ਤੇ ਉੱਥੇ ਮੋਰਚੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੱਲ ਸਿੰਘੂ ਬਾਰਡਰ ਤੇ ਇੱਕ ਕੋਈ ਵਿਕਾਸ ਮੰਡਲ ਨਾਂ ਦਾ ਮੁੰਡਾ ਜੀ, ਜਿਹੜਾ ਮੇਰਠ ਤੋਂ ਸੀ, ਤੇ ਉਹ ਨਾਂ ਵੀ ਲੈ ਰਿਹਾ ਪ੍ਰੋਪਰ ਵੀ RSS ਦਾ ਮੇਰਠ ਦਾ ਕੋਈ ਹੈੱਡ ਆ, ਉਪਦੇਸ਼ ਰਾਣਾ ਜੀ, ਕਹਿੰਦਾ ਮੈਨੂੰ ਉਹਨੇ ਭੇਜਿਆ ਸੀ, ਤੇ ਉਹ ਮਤਲਬ ਕੁਛ ਇਹੋ ਜਿਹਾ ਮਾਹੌਲ ਉੱਥੇ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਿੰਨਾ ਗੜਬੜ ਹੋਵੇ ਤੇ ਜਿਹੜਾ ਮੋਰਚਾ ਆ ਉਹਨੂੰ ਬਦਨਾਮ ਕੀਤਾ ਜਾ ਸਕੇ। ਇਹੋ ਜਿਹੀਆਂ ਜਿਹੜੀਆਂ ਕੋਸ਼ਿਸ਼ਾਂ ਨਾ, ਉਹ ਪਹਿਲੇ ਦਿਨ ਤੋਂ ਲਗਾਤਾਰ RSS ਵਾਲੇ, ਭਾਜਪਾ ਵਾਲੇ ਕਰ ਰਹੇ ਆ, ਠੀਕ ਹੈ ਜੀ। ਤਾਂ ਜਿਵੇਂ ਪਿੱਛੇ 5-6 ਨੌਜਵਾਨ ਫੜ ਲਏ ਸੀ ਜਿਨ੍ਹਾਂ ਦਾ ਕੋਈ ਸਰੋਕਾਰ, ਕੋਈ ਲੈਣਾ ਦੇਣਾ ਨਾਲ ਨਹੀਂ ਸੀ ਮੋਰਚੇ ਨੂੰ। ਫਿਰ ਇਹੋ ਜਿਹੀਆਂ ਮੀਡੀਆ ਤੇ ਅਫਵਾਹਾਂ ਵੀ ਉੱਥੇ ਹੁੱਲੜਬਾਜ਼ ਆ, ਉੱਥੇ ਫਲਾਨਾ ਆ, ਉੱਥੇ ਢਿਮਕਾ ਆ, ਇਹ ਹੁੱਲੜਬਾਜ਼ ਜਿਹੜੇ ਆ ਇਹ ਇਹਨਾਂ ਦੇ ਹੀ ਭਾਜਪਾ ਦੇ ਲੋਕ ਆ, RSS ਦੇ ਲੋਕ ਨੇ, ਬਿਲਕੁਲ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਉਹ ਲਗਾਤਾਰ ਕਰ ਰਹੇ ਆ। ਇਹ ਬਹੁਤ ਹੋਸ਼ੀਆਂ ਹਰਕਤਾਂ ਮੈਂ ਇਹਨਾਂ ਨੂੰ ਕਹਾਂਗਾ, ਤੇ ਇਹਨਾਂ ਚੋਂ ਕੁਝ ਨਿਕਲਣਾ ਨਹੀਂ, ਨਾ ਹੀ ਕੋਈ ਦਾ ਬਹੁਤਾ ਫਾਇਦਾ ਹੋਣਾ, ਕਿਉਂਕਿ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਦੇਖੋ ਰੋਜ਼ਮਰਾ 'ਚ ਉਹਨਾਂ ਨੇ ਸਾਰੇ ਕੰਮ ਕਰ ਰਹੇ ਆ। ਕੋਈ ਪੜ੍ਹ ਰਿਹਾ, ਕੋਈ ਲਿਖ ਰਿਹਾ, ਕੋਈ ਨਹਾਉਣ ਧੋਣ ਦਾ ਕੰਮ ਕਰ ਰਿਹਾ, ਕੋਈ ਉੱਥੇ ਜ਼ਿੰਦਗੀ ਜਿਹੜੀ ਆ ਆਮ ਮੰਗਰਾ ਆ, ਕੋਈ ਸਟੇਜ ਤੇ ਆਗੂਆਂ ਨੂੰ ਸੁਣ ਰਿਹਾ, ਕੋਈ ਉੱਥੇ ਲੰਗਰ ਪਕਾ ਰਿਹਾ, ਕੋਈ ਲੰਗਰ ਛਕਾ ਰਿਹਾ। ਉੱਥੇ ਇੱਕ ਤਰ੍ਹਾਂ ਦੀ ਨਾਲ ਨਵੀਂ ਦੁਨੀਆ ਵਸੀ ਹੋਈ ਆ, ਤਾਂ ਉਹਦੇ ਵਿੱਚ ਬਹੁਤ ਕਿਸਮ ਦੇ ਲੋਕ ਹੋ ਸਕਦੇ ਆ। ਜੇ ਕੋਈ ਨੌਜਵਾਨ ਮਾੜਾ ਮੋਟਾ ਕਿਤੇ ਹਾਸਾ ਠੱਠਾ ਵੀ ਕਰਦੇ ਹੋਣਗੇ ਤਾਂ ਉਹਨੂੰ ਉਹ ਮੀਡੀਆ ਜਿਹੜਾ ਗੋਦੀ ਮੀਡੀਆ ਆ ਉਹ ਏਦਾਂ ਵਧਾ ਚੜਾ ਕੇ ਪੇਸ਼ ਕਰਦਾ ਕਿ ਉੱਥੇ ਤਾਂ ਜੀ ਹੁੱਲੜਬਾਜ਼ੀ ਹੋ ਰਹੀ ਆ, ਉੱਥੇ ਲੱਖ ਦੇ ਕਰੀਬ ਔਰਤ ਬੈਠੀ ਆ, ਤਾਂ ਕਿਸੇ ਔਰਤ ਨੇ ਤਾਂ ਉੱਠ ਕੇ ਅੱਜ ਤੱਕ ਕਿਹਾ ਨਹੀਂ ਭਈ ਭਾਈ ਮੈਨੂੰ ਕਿਸੇ ਨੇ ਮਤਲਬ ਕੋਈ ਮੈਨੂੰ ਮਾੜੀ ਨਿਗਾਹ ਨਾਲ ਦੇਖਿਆ ਜਾਂ ਮੈਨੂੰ ਕੋਈ ਛੇੜਿਆ। ਉਹ ਸਾਰੇ ਮਾਵਾਂ ਭੈਣਾਂ ਵਾਂਗੂ ਇੱਕ ਪੱਤਰਕਾਰ ਪਿੱਛੇ ਜਾਂਦੀ ਆ, ਤੇ ਇੱਕ ਨੌਜਵਾਨ ਮਤਲਬ ਆਉਂਦਾ ਉਹਦੇ ਕੋਲ, ਤਾਂ ਉਹ ਆਪਣੇ ਨਾ ਜਿਵੇਂ ਵਡੇਰੀ ਉਮਰ ਦੀ ਪੱਤਰਕਾਰ ਆ, ਉਹਦੇ
ਚਾਂਦੀ ਰੰਗੇ ਵਾਲ ਨੇ ਜੀ। ਤਾਂ ਉਹ ਕਹਿੰਦਾ ਮੈਨੂੰ ਇਦਾਂ ਲੱਗਦਾ ਵੀ ਮੇਰੀ ਤਾਂ ਮਾਂ ਮੈਨੂੰ ਇੱਥੇ ਮਿਲ ਗਈ ਆ। ਸਤੀ ਸਾਹਿਬ ਮੈਂ ਲਾ ਕੇ ਆਇਆ ਗੇੜਾ ਉੱਥੇ ਜੀ, ਮਤਲਬ ਉੱਥੇ ਇੰਨਾ ਵਧੀਆ ਮਾਹੌਲ ਬਣਿਆ ਹੋਇਆ ਆ, ਚੂੜੇ ਪਾਏ ਹੋਏ ਕੁੜੀਆਂ ਨੇ, ਹਲੇ ਸੱਜ ਵਿਆਹੀਆਂ ਕੁੜੀਆਂ ਲੰਗਰ ਬਣਾ ਰਹੀਆਂ। ਮਤਲਬ ਜਿਹੜੇ ਬੰਦੇ ਜਿੱਥੇ ਖੜੇ ਆ, ਜੇ ਸੇਵਾ ਉਹਨਾਂ ਦੇ ਜਿਹੜੇ ਵੀ ਕੰਮ ਆਈ ਆ ਉਹ ਉਸੇ ਤੇ ਲੱਗੇ ਹੋਏ ਆ। ਉੱਥੇ ਮਾਹੌਲ ਐਡਾ ਆਨੰਦਦਾਇਕ ਮਾਹੌਲ ਹੈ। ਹਾਲਾਂਕਿ ਕੰਡੀਸ਼ਨ ਨਹੀਂ ਗੀ ਵੀ ਆਮ ਬੰਦਾ ਉੱਥੇ ਰਹਿ ਸਕੇ, ਉਹ ਬਹੁਤ ਟਫ ਕੰਡੀਸ਼ਨਸ 'ਚ ਰਹਿ ਰਹੇ ਆ, ਪਰ ਮਾਹੌਲ ਨਹੀਂ ਐਡਾ ਵਧੀਆ ਸਿਰਜ ਲਿਆ ਹੋਇਆ ਵੀ ਉੱਥੇ ਤੇ ਰੱਬ ਵਰਤਣ ਡਿਆ ਇਸ ਵੇਲੇ। ਔਰ ਲੋਕ ਉੱਥੇ ਜਿੱਦਾਂ ਨਾ ਤੀਰਥ ਯਾਤਰਾ ਤੇ ਜਾਣਾ ਹੁੰਦਾ, ਜੀ ਜੀ ਜੀ, ਅੱਜ ਕੱਲ ਉਦਾਂ ਜਾ ਰਹੇ ਆ ਲੋਕ। ਬਿਲਕੁਲ। ਮਤਲਬ ਸਾਰੇ ਜਿਹੜੇ ਕਿਰਤੀ ਕਿਸਾਨ ਨੇ, ਮਿਹਨਤਕਸ਼ ਲੋਕ ਆ, ਉਹ ਉੱਥੇ ਹਾਜ਼ਰੀ ਲਵਾਉਣ ਨੂੰ ਇਸ ਵੇਲੇ ਵੱਡਾ ਕੰਮ ਸਮਝਿਆ ਜਾ ਰਿਹਾ। ਬਿਲਕੁਲ। ਵੀ ਸਾਡਾ ਫਰਜ਼ ਬਣਦਾ ਨੈਤਿਕ ਵੀ ਅਸੀਂ ਉੱਥੇ ਜਾ ਕੇ ਹਾਜ਼ਰੀ ਲਵਾਈਏ। 10 ਕਿਲੋਮੀਟਰ ਤਾਂ ਮੈਂ ਪੈਦਲ ਚੱਲ ਕੇ ਗਿਆ। ਜਿੱਥੋਂ ਕਹਿੰਦੇ ਗੱਡੀਆਂ ਖੜੀਆਂ ਹੁੰਦੀਆਂ ਨੇ ਜੀ, ਉੱਥੋਂ ਤੁਰ ਕੇ ਜਾਣ ਨੂੰ ਹੀ 10-12 ਕਿਲੋਮੀਟਰ ਹੈ। 10-12 ਕਿਲੋਮੀਟਰ ਦੀ ਵਾਟ ਹੈ ਜੀ। ਅੱਛਾ ਸਤੀ ਸਾਹਿਬ, ਇੱਕ ਤੇ ਆਪਣੀ ਗੱਤਕਾ ਜੀ, ਜਿਹੜਾ ਸਾਡਾ ਮਾਰਸ਼ਲ ਆਰਟ ਆ ਸਿੱਖ ਦਾ ਜੀ, ਉਹਨੂੰ ਕਹਿੰਦੇ ਹੁਣ ਇਹ ਕੋਈ ਯੂਥ ਖੇਡਾਂ ਦੇ ਵਿੱਚ ਲੈ ਕੇ ਆਏ ਆ। ਹਾਂਜੀ, ਦੇਖੋ ਇਹ ਸਾਡਾ ਵਿਰਸੇ ਦਾ ਹਿੱਸਾ ਆ ਗੱਤਕਾ। ਬਿਲਕੁਲ। ਗੁਰੂ ਸਾਹਿਬਾਨ ਦੇ ਵੇਲਿਆਂ ਤੋਂ ਉਤੋਂ ਵੀ ਪਹਿਲਾਂ ਤੋਂ ਗੱਤਕਾ ਜਿਹੜਾ ਖੇਡਿਆ ਜਾਂਦਾ, ਸਾਊਥ ਇੰਡੀਆ 'ਚ ਵੀ ਖੇਡਿਆ ਜਾਂਦਾ। ਜੀ ਜੀ, ਉੱਥੇ ਨਾ ਹੋ ਰਿਹਾ ਜਿੱਦਾਂ ਕਲਾਰੀ ਪਾਟੂ, ਇਹਦਾ ਬਾਂਤਾ, ਮਾਲਖੰਭ, ਜੀ ਜੀ, ਇਹ 3-4 ਜਿਹੜੀਆਂ ਮਾਰਸ਼ਲ ਆਰਟਸ ਹੈਗੇ ਸਾਡੇ। ਮਾਰਸ਼ਲ ਆਰਟਸ ਆ। ਔਰ ਮਾਲਖੰਭ ਖਾਸ ਕਰਕੇ ਜਿਹੜਾ ਆਮ ਆਪਾਂ ਵੀ ਜਾਣਦੇ ਕਈ ਵਾਰੀ ਫਿਲਮਾਂ 'ਚ ਦਿਖਾਇਆ ਜਾਂਦਾ। ਬਿਲਕੁਲ। ਔਰ ਗੱਤਕਾ, ਇਹ 3-4 ਜਿਹੜੀਆਂ ਮਤਲਬ ਖੇਡਾਂ ਨੇ, ਇਹਨਾਂ ਨੂੰ ਖੇਲੋ ਇੰਡੀਆ ਯੂਥ ਗੇਮਸ ਵਿੱਚ ਸ਼ਾਮਲ ਕੀਤਾ ਗਿਆ। ਔਰ ਕੱਲ ਜਿਹੜੇ ਕੇਂਦਰੀ ਖੇਡ ਮੰਤਰੀ ਨੇ ਕਿਰਨ ਰਿਜੀਜੂ, ਉਹਨਾਂ ਨੇ ਇਹਦਾ ਐਲਾਨ ਕੀਤਾ ਹੈਗਾ। ਠੀਕ ਹੈ ਜੀ। ਸੋ ਇਹ ਤਾਂ ਇੱਕ ਸਵਾਗਤਯੋਗ ਕਦਮ ਹੈਗਾ। ਬਿਲਕੁਲ। ਔਰ ਬਹੁਤ ਸਾਰੇ ਜਿਹੜੇ ਬੱਚੇ ਜਿਨ੍ਹਾਂ ਕੋਲ ਇਕਵਿਪਮੈਂਟ ਨਹੀਂ ਹੁੰਦਾ, ਮੰਨ ਲਓ ਵੀ ਗੋਲਫ ਤਾਂ ਇੱਕ ਗਰੀਬ ਬੱਚਾ ਵੈਸੇ ਨਹੀਂ ਖੇਡ ਸਕਦਾ, ਕ੍ਰਿਕਟ ਤੇ ਮਤਲਬ ਬਾਲ ਨਹੀਂ ਲੈ ਸਕਦਾ, ਬੈਟ ਨਹੀਂ ਲੈ ਸਕਦਾ। ਜਿਹੜਾ ਗੱਤਕਾ ਆ ਉਹ ਮਤਲਬ ਉਹਦੇ ਲਈ ਇੰਨਾ ਖਰਚੇ ਦੀ ਵੀ ਲੋੜ ਨਹੀਂ ਹੁੰਦੀ। ਤਾਂ ਗੱਤਕਾ ਪ੍ਰਮੋਟ ਹੋਏਗਾ, ਉਹਦੇ ਨਾਲ 4 ਬੱਚੇ ਜੁੜਨਗੇ। ਸਕੂਲਾਂ ਕਾਲਜਾਂ ਦੇ ਵਿੱਚ ਮਾਹੌਲ ਜਿਹੜਾ ਆ ਉਹ ਸਾਜ਼ਗਾਰ ਹੁੰਦਾ ਇਹਦੇ ਨਾਲ। ਔਰ ਇਸ ਗੇਮ ਨੂੰ ਜਿਹੜਾ ਸ਼ਾਮਲ ਕੀਤਾ ਜਾਣਾ। ਕੱਲ ਜਿਹੜੇ ਨੈਸ਼ਨਲ ਗੱਤਕਾ ਫੈਡਰੇਸ਼ਨ ਆ, ਬਲਕਿ ਸੌਰੀ ਨੈਸ਼ਨਲ ਨਹੀਂ, ਜਿਹੜੀ ਇੰਟਰਨੈਸ਼ਨਲ ਗੱਤਕਾ ਫੈਡਰੇਸ਼ਨ ਆ, ਉਹਦੇ ਪ੍ਰਧਾਨ ਨੇ ਹਰਜੀਤ ਗਰੇਵਾਲ ਹੋਰੀ, ਉਹਨਾਂ ਨੇ ਇਹਦਾ ਸਵਾਗਤ ਕੀਤਾ ਹੈਗਾ। ਠੀਕ ਹੈ ਜੀ। ਅੱਛਾ, ਜਿਹੜੇ ਅਧਿਆਪਕ ਆ, ਬੇਰੁਜ਼ਗਾਰ ਅਧਿਆਪਕ, ਉਹ ਫਿਰ ਆਪਣੀਆਂ ਮੰਗਾਂ, ਦੇਖੋ ਕਾਫੀ ਦੇਰ ਤੋਂ ਉਹ ਐਜੀਟੇਸ਼ਨ ਕਰ ਰਹੇ ਆ ਵੀ ਸਾਨੂੰ ਨੌਕਰੀ ਦਿਓ। ਉਹਨਾਂ ਨੇ ਫਿਰ ਆਪਣੀਆਂ ਮੰਗਾਂ ਲਈ ਰੈਲੀ ਰੱਖੀ ਸੀਗੀ। ਉਸ ਰੈਲੀ ਦੇ ਵਿੱਚ ਫਿਰ ਇਹਨਾਂ ਨੇ, ਪੰਜਾਬ ਗੌਰਮੈਂਟ ਨੇ ਜਾਂ ਪੰਜਾਬ ਪੁਲਿਸ ਨੇ, ਉਹਨਾਂ ਦੇ ਉੱਤੇ ਲਾਠੀਆਂ ਭਰਾਈਆਂ ਤੇ ਉਹ ਅੱਗੋਂ ਇਹੀ ਕਹਿ ਰਹੇ, ਕਹਿੰਦੇ ਹੁਣ ਲਾਠੀ ਨਾ ਮਾਰੋ ਸਾਡੇ ਤੇ, ਅਸੀਂ ਥੱਕ ਗਏ, ਸਾਨੂੰ ਗੋਲੀ ਮਾਰ ਦਿਓ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਅਧਿਆਪਕ ਆ, ਸਾਡੇ ਗੁਰੂ ਜੀ, ਜਿਨ੍ਹਾਂ ਨੇ ਸਾਨੂੰ ਅੱਖਰ ਗਿਆਨ ਦਿੱਤਾ, ਬਿਲਕੁਲ, ਜਾਂ ਸਾਡੇ ਮੱਥਿਆਂ ਦੇ ਵਿੱਚ ਉਹ ਗਿਆਨ ਦਾ ਦੀਵਾ ਧਰਦੇ ਨੇ ਜੀ, ਉਹਨਾਂ ਨੂੰ ਲਾਠੀਆਂ, ਪਾਣੀ ਦੀਆਂ ਵਾਛੜਾਂ ਸਹਿਣੀਆਂ ਪੈਣ ਜੀ। ਉਹਨਾਂ ਨੂੰ ਆਪਣੀਆਂ ਨੌਕਰੀਆਂ ਲਈ ਜਾਂ ਨੌਕਰੀਆਂ ਬਚਾਉਣ ਲਈ ਸੜਕਾਂ ਤੇ ਰੋਸ ਮੁਜ਼ਾਹਰੇ ਕਰਨੇ ਪੈਣ, ਟੈਂਕੀਆਂ ਤੇ ਚੜ੍ਹਨਾ ਪਵੇ ਬੱਚਿਆਂ ਸਮੇਤ, ਕਈ ਵਾਰੀ ਪੱਕੇ ਨਾ ਹੁੰਦੇ ਹੋਣ। ਇਹ ਅੱਜ ਦੇ ਯੁੱਗ ਦੇ ਵਿੱਚ ਜੇ ਇਹੋ ਜਿਹਾ ਵਰਤਾਰਾ ਉਸ ਅਧਿਆਪਕ ਵਰਗ ਦੇ ਨਾਲ ਹੁੰਦਾ, ਬਹੁਤ ਮਾੜੀ ਗੱਲ ਹੈਗੀ ਆ। ਤਾਂ ਦੇਖੋ, ਜਿਹੜੇ ਲੋਕ ਪੜ੍ਹਾਉਂਦੇ ਨੇ, ਬਿਲਕੁਲ, ਉਹ ਅਸਲ 'ਚ ਕਹਿੰਦੇ ਆ ਵੀ ਜਿਹੜੇ ਅਧਿਆਪਕ ਨੇ ਉਹ ਕਿਸੇ ਵੀ ਰਾਸ਼ਟਰ ਦੇ ਨਿਰਮਾਤਾ ਹੁੰਦੇ ਨੇ ਜੀ। ਵਿਦੇਸ਼ਾਂ ਵਿੱਚ ਤੁਸੀਂ ਆਪ ਵੀ ਦੇਖਿਆ ਭਈ, ਯੂਰਪ ਹੋਵੇ ਚਾਹੇ ਉਹ ਨਾਰਥਰਨ ਅਮਰੀਕਾ ਹੋਵੇ, ਬਿਲਕੁਲ, ਕਹਿੰਦੇ ਆ ਵੀ ਅਧਿਆਪਕ ਜਿਹੜੇ ਆ, ਅਧਿਆਪਕ ਨੂੰ ਨੰਬਰ 1 ਤੇ ਰੱਖਦੇ ਆ ਜੀ। ਕਿਤੇ ਅਦਾਲਤ ਵਿੱਚ ਅਧਿਆਪਕ ਆ ਜਾਵੇ ਤਾਂ ਉਹਦੇ ਮਾਣ ਵਜੋਂ ਸਾਰਾ ਜਿਹੜਾ ਖੜੇ ਹੋ ਜਾਂਦੇ, ਉੱਠ ਕੇ ਖੜੇ ਹੋ ਜਾਂਦੇ ਆ, ਸਮੇਤ ਮਤਲਬ ਜੱਜ ਦੇ, ਬਿਲਕੁਲ, ਭਈ ਕੌਸ਼ੀਅਸ ਹੋ ਜਾਂਦੇ ਆ ਵੀ ਅ ਟੀਚਰ ਇਜ਼ ਇਨ ਦਾ ਕੋਰਟ ਰੂਮ। ਤੇ ਸਾਡੇ ਸੁੱਖ ਨਾਲ ਅਕਾਲੀ ਦਲ ਵੇਲੇ ਵੀ ਸਿਕੰਦਰ ਸਿੰਘ ਮਲੂਕਾ ਵਰਗੇ ਔਰਤ ਅਧਿਆਪਕਾਂ ਦੀਆਂ ਗੁੱਤਾਂ ਨੂੰ ਹੱਥ ਪਾਉਂਦੇ ਰਹੇ ਆ, ਕੁੱਟਦੇ ਰਹੇ ਆ, ਮਾਰ ਕੁੱਟ ਕਰਦੇ ਰਹੇ, ਥੱਪੜ ਮਾਰਦੇ ਰਹੇ। ਇੱਕ ਸਰਪੰਚ, ਅਕਾਲੀ ਦਲ ਦੇ ਨਾਲ ਸੰਬੰਧਿਤ ਇੱਕ ਸਰਪੰਚ, ਉਹ ਕਿੱਡੀ ਕੁ ਸ਼ੈ ਹੁੰਦਾ, ਉਹਨੂੰ ਵੀ ਇੰਨੀ ਇਹਨਾਂ ਨੇ ਅਕਾਲੀ ਦਲ ਨੇ ਸ਼ੈ ਦਿੱਤੀ ਹੋਈ ਸੀ ਵੀ ਉਹ ਵੀ
ਔਰਤ ਅਧਿਆਪਕਾਂ ਦੇ, ਕੁੜੀਆਂ ਦੇ ਥੱਪੜ ਮਾਰਦਾ ਸੀ ਜੀ। ਸੋ ਇਹ ਸ਼ਰਮ ਵਾਲੀ ਗੱਲ ਹੈਗੀ ਆ। ਤਾਂ ਉਹੀ ਹੁਣ ਜਿਹੜਾ ਵਤੀਰਾ ਆ 19-21 ਦੇ ਫਰਕ ਨਾਲ ਕਾਂਗਰਸ ਸਰਕਾਰ ਵੇਲੇ ਹੈਗਾ। ਸੋ ਕਿਉਂ ਨਹੀਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ, ਕਿਉਂ ਨਹੀਂ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ। ਫਿਰ ਕਈ ਤਾਂ ਉਦਾਂ ਹੀ ਓਵਰ ਏਜ ਹੋ ਜਾਂਦੇ ਆ ਵੀ ਇੰਨੇ ਵਰੇ ਲੰਘ ਜਾਂਦੇ ਆ ਬੇਰੁਜ਼ਗਾਰੀ ਦੇ ਵਿੱਚ। ਸੋ ਇਹ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਥੋੜਾ ਬਹੁਤ ਉਧਰ ਤਵੱਜੋ ਦੇਣੀ ਚਾਹੀਦੀ। ਅੱਛਾ, ਜਾਂਦੇ ਜਾਂਦੇ ਨਾ ਇੱਕ ਗੱਲ ਰਹਿ ਗਈ ਸੀ ਜੀ, ਉਹ ਮੈਂ ਕਿਹਾ ਪੂਰੀ ਕਰੇ ਹੀ ਲਵਾਂ। ਲੋਕੀ ਪਤਾ ਕੀ ਕਹਿੰਦੇ ਆ, ਕਹਿੰਦੇ ਜਿਹੜੇ PM ਸਾਹਿਬ ਗੁਰਦੁਆਰੇ ਗਏ ਆ ਨਾ, ਇਹ ਕਹਿੰਦੇ ਜਿਹੜੀ ਬਾਦਲ ਨੂੰ ਉਦਣ ਕਾਲ ਕੀਤੀ ਸੀ, ਇਹ ਕਹਿੰਦੇ ਬਾਦਲ ਵਰਗੇ ਬੰਦੇ ਦੀ ਸਕੀਮ ਦਿੱਤੀ ਹੋਈ ਆ। ਜ਼ਰੂਰ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਸਮਝੌਤੀ ਕਿਤੇ ਦਿੱਤੀ ਹੋਵੇ, ਪਰ ਮੈਂ ਹੈਰਾਨ ਆ ਵੀ ਕੱਲ ਮੈਂ ਕਿਤੇ ਸਫ਼ਰ ਕਰ ਰਿਹਾ ਸੀਗਾ ਤਾਂ ਮੇਰੀ ਕਾਰ ਦੇ ਅੱਗੇ ਕੋਈ ਕਾਰ ਜਾ ਰਹੀ ਸੀ, ਤਾਂ ਬਾਅਦ ਮੈਂ ਉਹਦੇ ਮਗਰ ਜੋ ਕੁਝ ਲਿਖਿਆ ਹੋਇਆ ਸੀ ਕਾਰ ਵਾਲਿਆਂ ਨੇ, ਭਾਵੇਂ ਉਹ ਮਾਰਕੇਬਾਜ਼ੀ ਬਹੁਤੇ ਲੋਕ ਉਹਨੂੰ ਕਹਿਣਗੇ, ਪਰ ਲੋਕਾਂ ਦੇ ਸੈਂਟੀਮੈਂਟਸ ਇਸ ਵੇਲੇ ਗੁੱਸਾ ਕਿੰਨਾ ਪ੍ਰਧਾਨ ਮੰਤਰੀ ਤੇ, ਉਹੋ ਜਿਹਾ ਕੁਝ ਮਿਲਦੀ ਜੁਲਦੀ ਗੱਲ ਉਹਨਾਂ ਨੇ ਲਿਖੀ ਹੋਈ ਸੀ। ਤੇ ਬਾਅਦ ਚ ਮੈਨੂੰ ਜਦੋਂ ਮੈਂ ਸ਼ਾਮੀ ਆਣ ਕੇ ਗੱਲ ਕਰਦਾ ਆਪਣੇ ਸਾਥੀਆਂ ਨਾਲ ਦਫ਼ਤਰ, ਤਾਂ ਉਹ ਕਹਿੰਦੇ ਆ ਵੀ ਇਹ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਪਪੂਲਰ ਹੋ ਰਹੀਆਂ ਨੇ, ਲੋਕ ਇੱਕ ਦੂਸਰੇ ਨਾਲ ਸ਼ੇਅਰ ਕਰ ਰਹੇ ਆ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਕਈ ਦਿਨ ਹੋ ਗਿਆ ਲੋਕ ਕਾਰਾਂ ਤੇ ਲਿਖਾ ਕੇ ਫਿਰਦੇ ਆ। ਠੀਕ ਹੈ ਜੀ। ਸੋ ਪ੍ਰਧਾਨ ਮੰਤਰੀ ਸਾਡੇ ਕੱਲ ਰਕਾਬਗੰਜ ਆਉਂਦੇ ਆ ਤੇ ਕਾਸ਼ ਕਿਤੇ ਉਹ ਸਿੰਘੂ ਬਾਰਡਰ ਤੇ ਵੀ ਆ ਜਾਣ, ਟਿਕਰੀ ਗਾਜ਼ੀਪੁਰ ਬਾਰਡਰ ਤੇ ਵੀ ਇਦਾਂ ਹੀ ਕਿਤੇ ਲੋਕਾਂ 'ਚ ਚੁੱਪ ਚੁਪੀਤੇ ਆ ਜਾਣ। ਚੰਗੀ ਗੱਲ ਹੈ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।